वाहिगुरु जी का खालसा वाहिगुरु जी की फतेह। सतगुर बाणी पुरख पुरखोतम, बाणी स्यों चित लावै गो। गुरबाणी सुनत मेरा मन द्रव्या, मन भीना निज घर आवे गो। परम सन्मान योग सत्कार योग गुरु प्यारे गुरु सवारे, गुरु खालसा सत संगत जी। साडे सबना दे अत्यंत वड्डे भाग हन जो पतित पावन भगत वैशल कृपा निदान अनाथ नाथ त्रैलोकी नाथ सतगुरु धन 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 साहिब श्री गुरु ग्रंथ साहिब महाराज गरीब नवाज पातशाह जी दे पावन पवित्र दरबार अंदर साहिबान दे पावन दर्शन करन दा सुभाग प्राप्त सुभाग समा सतगुरां ने सानू बख्शिया है। साहिब गरीब नवाज पातशाह जी दे पावन दरबार दी आशा दी वार दी चौंकी दा आनंद आप सारे गुरमुख प्यारे गुरु के रागी सिंघां पासों सरवण कर रहे सो। गरीब नवाज पातशाह जी ने तरस किया है जो अज गुरवाक साडी झोली विच बख्शिश रूप विच पाए हन। उन्हां पावन बचनां दी विचार सांझी करन लई जो निता प्रति दरबार मर्यादा दा नियम है समा बनिया है। गरीब नवाज पातशाह जी दे पावन बचनां नूं सरवण करके मनन करके ते निध्यासन करना ये गुरसिख लई सतगुरां दा हुक्म है। तो गरीब नवाज पातशाह जी ने जो अज दे पावन गुरबाग सानू बख्शे हन, धन गुरु रामदास साहब सोढी सुल्तान सतगुरु अपने पावन बोल राग वढांस दे विच सतगुरु जी दे पावन अंग 573 उपर सुशोभित बचनां नाल विचारां दी सांझ पाईए। आओ सब तो पहला रसना नूं पवित्र करन लई सारे ही जुड़ मिल के आखिए सतनाम श्री वाहिगुरु साहिब जी। सतनाम श्री वाहिगुरु साहिब जी। बड़हंस महला चौथा। हर सतगुर मेल हर सतगुर चरण हम पाया राम। सतगुरु गरीब नवाज पातशाह धन गुरु रामदास साहिब जी इन्हां पावन बचनां राही एक संगत दे सुमेल दा बचन करते हैं। छंदां दे विच बाणी सतगुरां ने उचारण कीती है। जिस तरह छंदां दी चाल उसी प्रकार सतगुरां ने इस बाणी दे पदे नूं
ਅੰਕਿਤ ਕੀਤਾ ਹੈ, ਲਿਖਣਾ ਕੀਤਾ ਹੈ, ਉਚਾਰਨ ਕੀਤਾ ਹੈ। ਤੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਇੱਕ ਜਗਿਆਸੂ ਦਾ ਭਾਵ ਰੱਖ ਕੇ ਇੱਕ ਜਾਚਕ ਦੇ ਵੱਲੋਂ ਬੇਨਤੀ ਕਰ ਰਹੇ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਫਰਮਾਨ ਕਰਦੇ ਹੈ, ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ ਰਾਮ। ਸੱਚੇ ਪਾਤਸ਼ਾਹ ਕਹਿੰਦੇ ਹੈ, ਮੇਰੇ ਅਕਾਲ ਪੁਰਖ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਰਹਿਮਤ ਕਰ, ਮੈਨੂੰ ਸਤਿਪੁਰਸ਼ਾਂ ਦਾ ਮੇਲ ਬਖਸ਼ ਦੇ। ਕਿਉਂਕਿ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਬਚਨ ਹੈ, ਕਿ ਜੇ ਮਨਮੁਖ ਦੀ ਸੰਗਤ ਕਰੀਏ ਤੇ ਗੁਰੂ ਕੋਲੋਂ ਵਿਛੋੜਾ ਹੁੰਦਾ, ਚੋਟਾਂ ਪੈਂਦੀਆਂ। ਜੇ ਗੁਰਮੁਖ ਦੀ ਸੰਗਤ ਕਰੀਏ ਤੇ ਗੁਰੂ ਨਾਲ ਮਿਲਾਪ ਹੁੰਦਾ ਹੈ। ਬਗਲੇ ਦੀ ਸੰਗਤ ਕਰਨ ਵਾਲੇ ਡੱਡੀਆਂ ਮੱਛੀਆਂ ਖਾਣ ਵਾਲੇ ਹੋ ਜਾਂਦੇ ਹੈ, ਪਰ ਹੰਸਾਂ ਦੀ ਸੰਗਤ ਕਰਨ ਵਾਲੇ ਸੁੱਚੇ ਮੋਤੀ ਗ੍ਰਹਿਣ ਕਰਦੇ ਹਨ ਤੇ ਮਾਨ ਸਰੋਵਰ ਦਾ ਆਨੰਦ ਲੈਂਦੇ ਹੈ। ਤੇ ਸਤਿਗੁਰੂ ਕਹਿਣ ਲੱਗੇ ਹੈ, ਗਰੀਬ ਨਿਵਾਜ ਉਸ ਮਾਨ ਸਰੋਵਰ ਰੂਪੀ ਆਨੰਦ ਨੂੰ ਲੈਣ ਲਈ ਮੈਨੂੰ ਐਸੇ ਸਤਿਪੁਰਸ਼ਾਂ ਦੀ ਸੰਗਤ ਬਖਸ਼ ਦਿਓ, ਜਿਹਦੇ ਨਾਲ ਸਤਿਗੁਰੂ ਤੇਰੇ ਦਰ ਦੀ ਮੈਨੂੰ ਸੋਝੀ ਮਿਲ ਜਾਵੇ, ਤੇਰੇ ਦਰ ਨਾਲ ਮੇਰੀ ਬਣ ਆਵੇ। ਹਰ ਸਤਿਗੁਰ ਮੇਲ। ਐ ਸੱਚੇ ਪਾਤਸ਼ਾਹ ਜੀ, ਮੈਨੂੰ ਆਪਣੇ ਸਤਿਪੁਰਸ਼ਾਂ ਦਾ ਮੇਲ ਬਖਸ਼ ਦੇ। ਹਰ ਸਤਿਗੁਰ ਮੇਲ ਹਮ ਪਾਇਆ ਰਾਮ। ਕਿਉਂਕਿ ਮੈਨੂੰ ਭਾਉਂਦਾ ਹੀ ਉਹਨਾਂ ਦਾ ਮੇਲ ਹੈ। ਮੈਨੂੰ ਸਤਿਪੁਰਸ਼ਾਂ ਦੀ ਸੰਗਤ ਚੰਗੀ ਲੱਗਦੀ ਹੈ, ਮੇਰਾ ਸਨੇਹ ਸਤਿਪੁਰਸ਼ਾਂ ਦੀ ਸੰਗਤ ਵਿੱਚ ਹੈ। ਤਿਮਰ ਅਗਿਆਨ ਗਵਾਇਆ, ਗੁਰ ਗਿਆਨ ਅੰਜਨ, ਗੁਰ ਪਾਇਆ ਰਾਮ। ਕਿਹੜੇ ਸਤਿਪੁਰਸ਼? ਸਤਿਪੁਰਸ਼ਾਂ ਦੀ ਨਿਸ਼ਾਨੀ ਕੀ ਹੈ? ਕਿਉਂ ਮੈਨੂੰ ਉਹਨਾਂ ਦੀ ਸੰਗਤ ਚੰਗੀ ਲੱਗਦੀ ਹੈ? ਸਤਿਗੁਰੂ ਕਹਿੰਦੇ, ਤਿਮਰ ਅਗਿਆਨ ਗਵਾਇਆ। ਅਗਿਆਨ ਰੂਪੀ ਜਿਹੜਾ ਹਨੇਰਾ ਹੈ, ਉਹ ਸਤਿਪੁਰਸ਼ ਗਵਾ ਦਿੰਦੇ ਹੈ, ਉਹ ਖਤਮ ਕਰ ਲੈਂਦੇ ਹੈ। ਜਿਹੜੇ ਸਤਿਪੁਰਸ਼ ਹੁੰਦੇ ਹੈ, ਕਮਾਈ ਵਾਲੇ ਹੁੰਦੇ ਹੈ, ਜਾਂ ਰੱਬ ਦੇ ਰਾਹ ਤੇ ਚੱਲਣ ਵਾਲੇ ਹੁੰਦੇ ਹੈ, ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਕਿਰਨ ਜਾਗਦੀ ਹੈ, ਉਹ ਜਾਗਦੀ ਹੀ ਉਦੋਂ ਹੈ ਜਦੋਂ ਅਗਿਆਨ ਦਾ ਹਨੇਰਾ ਖਤਮ ਹੁੰਦਾ ਹੈ। ਜਦੋਂ ਅਗਿਆਨਤਾ ਖਤਮ ਹੁੰਦੀ ਹੈ, ਉਦੋਂ ਹੀ ਪ੍ਰੇਮ ਜਾਗਦਾ ਹੈ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ, ਐਸੇ ਸਤਿਪੁਰਖਾਂ ਨਾਲ ਮੇਰਾ ਮੇਲ ਕਰਾ ਦੇ। ਐ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਜਿਨ੍ਹਾਂ ਨੇ ਤਿਮਰ ਅਗਿਆਨ ਗਵਾਇਆ, ਗੁਰ ਗਿਆਨ ਅੰਜਨ, ਜਿਨ੍ਹਾਂ ਨੇ ਗੁਰੂ ਦੇ ਗਿਆਨ ਦੇ ਨਾਲ ਅਗਿਆਨ ਦਾ ਹਨੇਰਾ ਖਤਮ ਕੀਤਾ ਹੈ। ਅੰਜਨ ਕਹਿੰਦੇ ਆ ਸੁਰਮੇ ਨੂੰ, ਜਿਹੜਾ ਨੇਤਰਾਂ ਵਿੱਚ ਪਾਇਆ ਜਾਂਦਾ। ਸਤਿਪੁਰਖਾਂ ਨੇ ਆਪਣੇ ਨੇਤਰਾਂ ਵਿੱਚ ਇੱਕ ਐਸਾ ਗਿਆਨ ਦਾ ਅੰਜਨ ਪਾਇਆ ਹੋਇਆ ਹੈ, ਜਿਹਦੇ ਨਾਲ ਇਹਨਾਂ ਨੇਤਰਾਂ ਵਿੱਚ ਜੋਤ ਪ੍ਰਕਾਸ਼ ਹੋ ਗਈ ਹੈ, ਹਨੇਰਾ ਖਤਮ ਹੋ ਗਿਆ ਹੈ। ਗੁਰ ਪਾਇਆ ਰਾਮ। ਐਸਾ ਸਤਿਗੁਰਾਂ ਨੇ, ਗੁਰੂ ਦੇ ਪਿਆਰਿਆਂ ਨੇ ਉਹ ਅਗਿਆਨ ਖਤਮ ਕਰਕੇ ਗਿਆਨ ਪ੍ਰਾਪਤ ਕੀਤਾ ਹੈ। ਗੁਰ ਗਿਆਨ ਅੰਜਨ ਸਤਿਗੁਰੂ ਪਾਇਆ, ਅਗਿਆਨ ਅੰਧੇਰ ਬਿਨਾਸੇ। ਜਿਹੜਾ ਗਿਆਨ ਗੁਰੂ ਦੇ ਪਿਆਰਿਆਂ ਨੇ, ਰੱਬ ਦੇ ਪਿਆਰਿਆਂ ਨੇ, ਅਕਾਲ ਪੁਰਖ ਜੀ ਤੇਰੇ ਪਾਸੋਂ ਪ੍ਰਾਪਤ ਕੀਤਾ ਹੈ, ਗੁਰ ਗਿਆਨ ਅੰਜਨ ਸਤਿਗੁਰੂ ਪਾਇਆ, ਅਗਿਆਨ ਅੰਧੇਰ ਬਿਨਾਸੇ। ਉਹ ਗਿਆਨ ਸਤਿਗੁਰੂ ਨੇ ਮੈਨੂੰ ਦੇ ਦਿੱਤਾ, ਤੇਰੇ ਪਿਆਰਿਆਂ ਨੇ ਮੈਨੂੰ ਦਿੱਤਾ ਹੈ। ਗੁਰ ਗਿਆਨ ਅੰਜਨ ਸਤਿਗੁਰੂ ਪਾਇਆ, ਉਹ ਉਹਨਾਂ ਕੋਲੋਂ ਸਾਨੂੰ ਪ੍ਰਾਪਤ ਹੋਇਆ, ਅਗਿਆਨ ਅੰਧੇਰ ਬਿਨਾਸੇ। ਐਸਾ ਗਿਆਨ ਪ੍ਰਾਪਤ ਹੋਇਆ ਜਿਹਦੇ ਨਾਲ ਸਾਡਾ ਵੀ ਹਨੇਰਾ ਖਤਮ ਕਰ ਦਿੱਤਾ ਹੈ ਸਤਿਗੁਰੂ। ਸਾਧ ਸੰਗਤ ਜੀ,
ਇਹਨਾਂ ਬਚਨਾਂ ਦੀ ਰਮਜ ਕੈਸੀ ਹੈ ਸਾਹਿਬ ਜੀ ਦੀ। ਸਾਹਿਬ ਜੀਆਂ ਨੇ ਇੱਕ ਜਗਿਆਸੂ ਰੂਪ ਧਾਰ ਕੇ, ਵੇਖੋ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਰਗ ਦਰਸਾਇਆ, ਜੋ ਚਲਾਇਆ, ਕਿਉਂਕਿ ਆਪੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਪੁਰਖ ਰੂਪ ਹੋ ਕੇ ਸਤਿਗੁਰੂ ਹੋਣ ਦੇ ਮਹਾਤਮ ਨੂੰ ਜਾਣਦੇ ਹੋਏ ਵੀ ਗੁਰੂ ਅੰਗਦ ਸਾਹਿਬ ਜੀਆਂ ਨੂੰ ਗੁਰਤਾ ਗੱਦੀ ਤੇ ਬਿਠਾ ਕੇ ਮੱਥਾ ਟੇਕਦੇ ਆ। ਭਾਵ ਕਿ ਆਪੇ ਗੁਰਚੇਲਾ ਵਾਲਾ ਜੋ ਮਾਰਗ ਹੈ ਉਹ ਗੁਰੂ ਨਾਨਕ ਸਾਹਿਬ ਜੀਆਂ ਨੇ ਚਲਾਇਆ, ਤੇ ਉਹੋ ਹੀ ਮਾਰਗ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਰਸਾ ਰਹੇ ਆ। ਇਹ ਨਹੀਂ ਦਰਸਾ ਰਹੇ ਕਿ ਮੈਂ ਗੁਰੂ ਹਾਂ ਜਾਂ ਮੈਂ ਉਸ ਗੁਰੂ ਨਾਨਕ ਦੀ ਪਦਵੀ ਦੇ ਉੱਤੇ ਹਾਂ। ਗੁਰੂ ਸਾਹਿਬ ਨੇ ਇਹ ਬਾਣੀ ਨੂੰ ਜਗਿਆਸੂ ਭਾਵ ਹੋ ਕੇ ਦਰਸਾਇਆ ਹੈ। ਜਦੋਂ ਸਾਧ ਸੰਗਤ ਜੀ ਜਗਿਆਸਾ ਜਾਗਦੀ ਹੈ, ਬਹੁਤ ਉੱਪਰਲੀ ਪਦਵੀ ਹੈ ਗੁਰਮੁਖ ਦੀ। ਪਹਿਲੋਂ ਸੇਵਕ ਦੀ ਭਾਵ ਹੁੰਦਾ, ਫਿਰ ਸੇਵਕ ਤੋਂ ਸਖਾ ਭਾਵ ਹੁੰਦਾ, ਫਿਰ ਹੌਲੀ ਹੌਲੀ ਜਗਿਆਸੂ ਭਾਵ ਹੁੰਦਾ ਹੈ। ਜਿਹੜੀਆਂ ਕੰਡੀਸ਼ਨਾਂ ਨੇ ਆਪਣੇ ਮਨ ਦੀ ਅਵਸਥਾ ਦੀਆਂ, ਉਹ ਬਦਲਦੀਆਂ ਰਹਿੰਦੀਆਂ, ਵਾਰ-ਵਾਰ ਬਦਲਦੀਆਂ ਰਹਿੰਦੀਆਂ। ਤੇ ਜਿਹੜੀ ਜਗਿਆਸੂ ਦੀ ਅਵਸਥਾ ਹੁੰਦੀ ਹੈ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਪਲ ਦੇ ਵਿੱਚ ਉਹਦੇ ਮਨ ਦੇ ਫੁਰਨੇ ਬਦਲਦੇ ਰਹਿੰਦੇ ਆ। ਕਿਉਂ? ਕਿਉਂਕਿ ਜਗਿਆਸੂ ਅਜੇ ਇੱਛਾ ਜ਼ਾਹਰ ਹੈ, ਉਹਦੇ ਅੰਦਰ ਇੱਛਾ ਪ੍ਰਗਟ ਹੋਈ ਹੈ। ਜੇ ਉਹਦੀ ਸੰਗਤ ਰਹੇਗੀ ਸਤਿਪੁਰਸ਼ਾਂ ਦੇ ਨਾਲ ਤੇ ਉਹ ਇੱਛਾ ਫਲ ਰੂਪ ਬਣ ਜਾਵੇਗੀ, ਪਰ ਜੇ ਉਹ ਸੰਗਤ ਕਿਤੇ ਕਿਸੇ ਮਾੜੇ ਦੀ ਹੋ ਗਈ ਤਾਂ ਉਹ ਇੱਛਾ ਤਹਿਸ਼ ਨਹਿਸ਼ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰਾਂ ਨੇ ਕਿਹਾ ਨਾ, ਮੈਨੂੰ ਉਹੋ ਹੀ ਸੰਗਤ ਭਾਉਂਦੀ ਹੈ। ਸਤਿਗੁਰ ਸੰਗਤ ਹਮ ਪਾਇਆ ਰਾਮ ਮਹਾਰਾਜ, ਮੈਨੂੰ ਉਹਨਾਂ ਦੇ ਚਰਨਾਂ ਦੀ ਸੰਗਤ ਭਾਉਂਦੀ ਹੈ, ਕਿਉਂਕਿ ਉਹਦੇ ਵਿੱਚੋਂ ਮੈਨੂੰ ਤੇਰੇ ਦੀਦਾਰ ਹੁੰਦੇ ਆ। ਸੇਈ ਗੁਰਮੁਖ ਪਿਆਰੇ ਮੇਲਣਾ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਜਿਨ੍ਹਾਂ ਕੀਤੀਆਂ ਸਤਿਗੁਰੂ ਤੇਰਾ ਨਾਮ ਚਿਤ ਆਵੇ, ਤੇਰੇ ਘਰ ਦੀਆਂ ਗੱਲਾਂ ਹੋਣ, ਉਹਨਾਂ ਨਾਲ ਮਿਲਾਪ ਕਰਾਵੀਂ। ਤੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਐਸੇ ਸਤਿਗੁਰਾਂ ਨੇ ਜਦੋਂ ਮਹਾਰਾਜ ਮੈਨੂੰ ਇਹ ਅਗਿਆਨ ਦਾ ਹਨੇਰਾ ਖਤਮ ਕਰਕੇ ਗਿਆਨ ਬਖਸ਼ ਦਿੱਤਾ ਹੈ। ਸਤਿਗੁਰ ਸੇਵ ਪਰਮ ਪਦ ਪਾਇਆ, ਹਰ ਜਪਿਆ ਸਾਸ ਗਿਰਾਸੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਮੈਂ ਸਤਿਪੁਰਸ਼ਾਂ ਦੀ ਸੇਵਾ ਦੇ ਵਿੱਚੋਂ ਪਰਮੇਸ਼ਰ ਤੈਨੂੰ ਪਾਇਆ। ਕੋਈ ਬੱਚਾ ਸਾਧ ਸੰਗਤ ਜੀ, ਵਿਦਿਆਰਥੀ ਜੋ ਹੈ, ਉਹ ਬਿਨਾਂ ਕਲਾਸ ਅਟੈਂਡ ਕੀਤੇ ਤੋਂ, ਬਿਨਾਂ ਆਪਣੇ ਅਧਿਆਪਕ ਦੀ ਸਿੱਖਿਆ ਤੋਂ, ਬਿਨਾਂ ਗਿਆਨ ਤੋਂ ਕਦੇ ਕਿਸੇ ਡਿਗਰੀ ਨੂੰ ਪ੍ਰਾਪਤ ਨਹੀਂ ਕਰਦਾ। ਭਾਵੇਂ ਗਿਆਨ ਪੁਸਤਕਾਂ ਦੇ ਵਿੱਚ ਬਹੁਤ ਲਿਖਿਆ ਪਿਆ, ਪੁਸਤਕਾਂ ਭਰੀਆਂ ਹੋਈਆਂ ਗਿਆਨ ਦੇ ਨਾਲ, ਪਰ ਫਿਰ ਵੀ ਉਸ ਗਿਆਨ ਨੂੰ ਵਿਸਥਾਰ ਦੇਣ ਲਈ ਉਸ ਵਿਦਿਆਰਥੀ ਨੂੰ ਆਪਣੇ ਅਧਿਆਪਕ ਦੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ। ਉਸ ਗਿਆਨ ਨੂੰ ਸਮਝਣ ਲਈ ਅਧਿਆਪਕ ਦੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ। ਇਸੇ ਪ੍ਰਕਾਰ ਜਗਿਆਸੂ ਨੂੰ ਵੀ ਆਪਣੇ ਰਸਤੇ ਤੇ ਚੱਲਣ ਲਈ, ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਸੰਗਤ ਦੀ ਜ਼ਰੂਰਤ ਪੈਂਦੀ ਹੈ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਐ ਸਾਹਿਬ ਜੀ, ਸਤਿਗੁਰ ਸੇਵ ਪਰਮ ਪਦ ਪਾਇਆ। ਮੈਂ ਉਹਨਾਂ ਸਤਿਪੁਰਸ਼ਾਂ ਦੀ ਸੰਗਤ ਦੀ ਸੇਵਾ ਕਰਦਾ ਰਿਹਾ, ਉਹਨਾਂ ਦੀ ਸੇਵਨ ਦੇ ਵਿੱਚ ਮੈਨੂੰ ਪਰਮ ਪਦਵੀ ਦੀ ਪ੍ਰਾਪਤ ਹੋਈ ਹੈ। ਕਿਉਂਕਿ ਉਹ ਸਤਿਪੁਰਸ਼ਾਂ ਦੀ ਸੰਗਤ ਸੀ, ਉਹ ਪੂਰਿਆਂ ਦੀ ਸੰਗਤ ਸੀ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸੰਪੂਰਨ ਸਤਿਪੁਰਸ਼ਾਂ ਦੀ ਸੰਗਤ ਕਰਨ ਦੇ ਨਾਲ ਇਹ ਸਤਿਗੁਰੂ ਮੈਨੂੰ ਪਰਮ ਪਦਵੀ ਪ੍ਰਾਪਤ ਹੋਈ ਹੈ। ਸਤਿਗੁਰ ਸੇਵ ਪਰਮ ਪਦ ਪਾਇਆ। ਇਹ ਗਰੀਬ ਨਵਾਜ ਮੇਰੇ ਸਤਿਗੁਰੂ ਜੀ, ਤੁਹਾਨੂੰ ਸੇਵਨ ਦੇ ਨਾਲ ਪਰਮ ਪਦ ਦੀ ਪ੍ਰਾਪਤੀ ਹੋਈ ਹੈ। ਹਰ ਜਪਿਆ ਸਾਸ ਗਿਰਾਸੇ। ਪਰਮ ਪਦਵੀ ਕੀ ਹੈ? ਸਵਾਸ ਤੇ ਗਿਰਾਸ ਪਰਮੇਸ਼ਰ ਨੂੰ ਜਪਣਾ। ਇਹ ਸਾਧ ਸੰਗਤ ਜੀ, ਪਦਵੀ ਕਿਸੇ ਵੇਲੇ ਸਿੱਧਾ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਇਸ ਪਦਵੀ ਬਾਰੇ। ਸਿੱਧਾ ਪੁੱਛਿਆ ਸੀ, ਕੌਣ ਗੁਰੂ ਕਿਸ ਕਾ ਤੂੰ ਚੇਲਾ? ਵੀ ਇਸ ਕਿਤੇ ਕਿਸੇ ਦੀ ਸੰਗਤ ਵੀ ਕੀਤੀ ਹੈ ਕਿ ਸਿੱਧਾ ਹੀ ਬਸ ਡਿਗਰੀ ਹਾਸਲ ਕਰਕੇ ਆਪਣੇ ਆਪ ਨੂੰ ਸਿੱਧ ਕਰ ਦਿੱਤਾ? ਕਿਤੇ ਕਿਤੇ ਪੜ੍ਹਾਈ ਵੀ ਕੀਤੀ ਹੈ। ਜਿੱਦਾਂ ਆਪਾਂ ਕੋਈ ਨੌਕਰੀ ਲੈਣ ਜਾਈਏ, ਪਹਿਲੋਂ ਸਰਟੀਫਿਕੇਟ ਦਿਖਾਣੇ ਪੈਂਦੇ ਆ, ਉਹ ਵਹਿੰਦੇ ਆ ਕਿਹੜੇ ਸਕੂਲ ਵਿੱਚ ਕਿਹੜੇ ਐਡਮਿਸ਼ਨ ਲਈ ਹੈ, ਕਿਹੜੇ ਬੋਰਡ ਦੇ ਅੰਦਰ ਪੜ੍ਹਾਈ ਕੀਤੀ ਆ, ਉਹੋ ਜਿਹੇ ਹਿਸਾਬ ਨਾਲ ਸਾਨੂੰ ਨੌਕਰੀ ਮਿਲਦੀ ਹੈ।
ਪਹਿਲੋਂ ਸਮਿਆਂ ਦੇ ਵਿੱਚ ਇਦਾਂ ਹੀ ਪੁੱਛਿਆ ਜਾਂਦਾ ਸੀ ਕਿ ਕਿਸੇ ਗੁਰੂ ਪੀਰ ਦੀ ਸੇਵਾ ਕੀਤੀ ਹੈ, ਕਿਹੜੇ ਗੁਰੂ ਦੇ ਤੁਸੀਂ ਚੇਲੇ ਹੋ, ਕੌਣ ਗੁਰੂ? ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ ਹੈ, ਸੁਰਤ ਚੇਲਾ ਹੈ। ਉਹ ਸਾਸ ਗਰਾਸ ਵਾਲੀ ਸੁਰਤੀ ਹੈ ਸਾਧ ਸੰਗਤ ਜੀ, ਉਹਨੂੰ ਸਮਝਣਾ ਬਹੁਤ ਔਖਾ ਹੈ। ਅਸੀਂ ਇਹ ਵਾਕ ਪੜ੍ਹ ਲੈਂਦੇ ਹਾਂ, ਮਾਫ ਕਰਿਓ ਜੇ ਸੈਂਕੜੇ ਜਗਿਆਸੂ ਇਸ ਸ਼ਬਦ ਨੂੰ ਸੁਣਦੇ ਆ, ਉਹਦੇ ਵਿੱਚੋਂ ਕੋਟਣ ਮੈਂ ਨਾਨਕ ਕੋਊ ਨਾਰਾਇਣ ਜਿਹ ਚੀਤ, ਕਰੋੜਾਂ ਦੇ ਵਿੱਚੋਂ ਕੋਈ ਇੱਕ ਹੀ ਨਿਕਲਦਾ, ਕੁਝ ਹੀ ਨਿਤਰਦੇ ਆ ਜਿਹੜੇ ਉਸ ਸ਼ਬਦੀਆਂ ਨੂੰ, ਪੰਕਤੀਆਂ ਨੂੰ ਭਾਵ ਅਰਥ ਵਿੱਚ ਲੈਂਦੇ ਆ, ਨਿਧਿਆਸਨ ਕਰਦੇ ਆ। ਸਾਸ ਗਿਰਾਸ, ਸਾਹ ਜਾ ਰਿਹਾ ਉਹ ਵੀ ਵਾਹਿਗੁਰੂ ਕਹਿ ਰਿਹਾ, ਸਾਹ ਆ ਰਿਹਾ ਵਾਹਿਗੁਰੂ ਕਹਿ ਰਿਹਾ, ਪਰ ਉਸ ਸਾਸ ਗਿਰਾਸ ਦੇ ਨਾਲ ਸੁਰਤੀ ਜੁੜੀ ਹੋਣੀ ਚਾਹੀਦੀ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸੁਰਤੀ ਦੇ ਉੱਤੇ ਸ਼ਬਦ ਦੀ ਸਵਾਰੀ ਹੋਣੀ ਚਾਹੀਦੀ ਹੈ। ਜੇ ਜਿਸ ਤਰ੍ਹਾਂ ਘੋੜੇ ਤੇ ਘੋੜੇ ਦਾ ਸਵਾਰ ਹੋਵੇ ਤੇ ਘੋੜੇ ਨੂੰ ਕਾਬੂ ਪਾ ਕੇ ਰੱਖਦਾ ਹੈ, ਇਸੇ ਤਰ੍ਹਾਂ ਮਨ ਜਿਹੜਾ ਹੈ ਉਹ ਸੁਰਤੀ ਨੂੰ ਦੜਾਉਂਦਾ ਹੈ। ਪਰ ਜਦੋਂ ਇਹਦੇ ਉੱਤੇ ਸ਼ਬਦ ਦੀ ਸਵਾਰੀ ਹੋਏਗੀ, ਜਦੋਂ ਸਾਹ ਅੰਦਰ ਜਾਂਦੇ ਵਾਹਿਗੁਰੂ ਕਿਹਾ ਜਾਏਗਾ, ਜਦੋਂ ਸਾਧ ਸੰਗਤ ਜੀ ਇਹ ਨਿਧਿਆਸਨ ਹੁੰਦਾ ਹੈ ਨਾ, ਉਦੋਂ ਜਗਿਆਸੂ ਨੂੰ ਮਹਿਸੂਸ ਹੁੰਦਾ ਹੈ ਕਿ ਮੈਨੂੰ ਜ਼ਰੂਰ ਕਿਸੇ ਸਤਿਪੁਰਸ਼ ਦੀ ਜ਼ਰੂਰਤ ਹੈ। ਤੁਸੀਂ ਨਿਧਿਆਸਨ ਕਰਕੇ ਕਿਤੇ ਸਮਾਂ ਮਿਲੇ ਜ਼ਰੂਰ ਵਾਚਿਓ ਜੇ। ਜਦੋਂ ਕਿਤੇ ਅੰਦਰ ਨੂੰ ਸਾਹ ਖਿੱਚਣਾ ਪੈਂਦਾ ਹੈ ਨਾ, ਜਿਹੜੀ ਸਾਸ ਅੰਦਰ ਜਾਣ ਦੀ, ਗਿਰਾਸ ਬਾਹਰ ਆਉਣ ਦੀ ਵਿਧੀ ਹੈ, ਸਾਸ ਅੰਦਰ ਜਾਣ ਦੀ ਜਿਹੜੀ ਵਿਧੀ ਹੈ ਨਾ, ਉਸ ਵੇਲੇ ਸ਼ਬਦ ਬਹੁਤ ਔਖਾ ਨਿਕਲਦਾ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਵੇਲੇ ਵਾਕ ਮੂੰਹ ਚੋਂ ਨਿਕਲਦਾ ਨਹੀਂ ਹੈ, ਕਿਉਂਕਿ ਉਹ ਅੰਦਰ ਜਾ ਰਿਹਾ ਹੈ। ਜਦੋਂ ਬਾਹਰ ਆਉਂਦਾ, ਆ ਆਪਾਂ ਬੋਲ ਰਹੇ ਹਾਂ, ਇਹ ਸ਼ਬਦ ਸਵਾਸ ਦੇ ਕਰਕੇ ਹੀ ਬੋਲ ਰਹੇ ਹਾਂ। ਜਦੋਂ ਬਾਹਰ ਆਉਂਦਾ ਉਦੋਂ ਤੇ ਆਵਾਜ਼ ਨਿਕਲ ਜਾਂਦੀ ਹੈ, ਵਾਹਿਗੁਰੂ ਕਹਿਣਾ ਹੋਵੇ ਬਾਹਰ ਆਉਂਦੇ ਨਿਕਲ ਸਕਦਾ, ਪਰ ਜਦੋਂ ਅੰਦਰ ਲਿਜਾਣਾ ਪੈਂਦਾ ਨਾ ਉਹਨੂੰ, ਨਿਧਿਆਸਨ ਕਰਕੇ ਵੇਖਿਓ, ਉਦੋਂ ਸ਼ਬਦ ਬੋਲਣਾ ਬਹੁਤ ਔਖਾ ਹੈ। ਤੇ ਸਤਿਗੁਰੂ ਨੇ ਇਸੇ ਕਰਕੇ ਇਸ ਗੱਲ ਨੂੰ ਪਰਮ ਪਦਵੀ ਕਿਹਾ। ਜਦੋਂ ਅੰਦਰ ਜਾਂਦੇ ਸਾਸ ਦੇ ਉੱਤੇ ਤੁਹਾਡੇ ਸ਼ਬਦ ਦੀ ਸਵਾਰੀ ਹੋਏਗੀ, ਬਾਹਰ ਆਉਂਦੇ ਸ਼ਬਦ ਦੀ ਸਵਾਰੀ ਹੋਏਗੀ, ਤੇ ਮਨ ਸਾਧ ਸੰਗਤ ਜੀ ਭਟਕਦਾ ਹੀ ਨਹੀਂ। ਜੇ ਕੋਈ ਖਿਆਲ ਆ ਵੀ ਗਿਆ ਤੇ ਖਿਆਲ ਤਾਂ ਸ਼ਬਦ ਦੀ ਸਵਾਰੀ ਵਿੱਚ ਹੈ ਨਾ। ਜੇ ਬਾਹਰ ਸਵਾਸ ਆ ਰਿਹਾ ਤੇ ਅਸੀਂ ਵਾਹਿਗੁਰੂ ਕਹਿ ਰਹੇ ਹਾਂ, ਤੇ ਵਾਹਿਗੁਰੂ ਦੀ ਲੜੀ ਟੁੱਟੇਗੀ ਤੇ ਤਾਂ ਜਾ ਕੇ ਕਿਤੇ ਮਨ ਕਿਤੇ ਬਾਹਰ ਭੜਕੇਗਾ ਨਾ। ਬਾਹਰ ਆਉਣ ਲੱਗੇ ਸਵਾਸ ਨੂੰ ਤਾਂ ਅਸੀਂ ਵਾਹਿਗੁਰੂ ਦੇ ਨਾਲ ਬੰਨ ਲਿਆ, ਪਰ ਜਿਹੜਾ ਅੰਦਰ ਜਾ ਰਿਹਾ ਉਹਨੂੰ ਬੰਨਣਾ ਪਰਮ ਪਦਵੀ ਹੈ, ਉਹ ਪ੍ਰਾਪਤੀ ਹਾਸਲ ਕਰਨੀ। ਤੇ ਇਸੇ ਕਰਕੇ ਸਤਿਗੁਰੂ ਕਹਿੰਦੇ, ਉਹ ਸਤਿਪੁਰਸ਼ਾਂ ਦੀ ਸੰਗਤ ਦੇ ਵਿੱਚੋਂ ਮੈਨੂੰ ਪਰਮ ਪਦਵੀ ਪ੍ਰਾਪਤ ਹੋਈ ਹੈ। ਹਰ ਜਪਿਆ ਸਾਸ ਗਿਰਾਸੇ, ਮੈਂ ਉਸ ਪਰਮੇਸ਼ਰ ਨੂੰ ਸਾਸ ਗਿਰਾਸ ਜਪਿਆ ਹੈ। ਜਿਨ ਕੋ ਹਰ ਪ੍ਰਭ ਕਿਰਪਾ ਧਾਰੀ, ਤੇ ਸਤਿਗੁਰ ਸੇਵਾ ਲਾਇਆ। ਆ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਆਪਣੇ ਆਪ ਉਸ ਗੱਲ ਦਾ ਫਰਮਾਨ ਦੱਸ ਦਿੱਤਾ, ਫੈਸਲਾ ਦੇ ਦਿੱਤਾ ਹੈ। ਜਿਨ ਕੋ ਹਰ ਪ੍ਰਭ ਕਿਰਪਾ ਧਾਰੀ, ਜਿਹਦੇ ਤੇ ਪਰਮੇਸ਼ਰ ਕਿਰਪਾ ਕਰਦਾ, ਸੇ ਸਤਿਗੁਰ ਸੇਵਾ ਲਾਇਆ, ਉਹਨੂੰ ਸਤਿਪੁਰਸ਼ਾਂ ਦੀ ਸੰਗਤ ਮਿਲਦੀ ਆ। ਜੇ ਗੁਰੂ ਕਿਰਪਾ ਕਰਦਾ ਤਾਂ ਸਤਿਪੁਰਸ਼ਾਂ ਦੀ ਸੰਗਤ ਵਿੱਚ ਬਹਿਣ ਦਾ ਸੁਭਾਗ ਪ੍ਰਾਪਤ ਹੁੰਦਾ, ਤਾਂ ਜਪਣ ਨੂੰ ਮਨ ਕਰਦਾ ਹੈ। ਜੇ ਗੁਰੂ ਦੀ ਰਹਿਮਤ ਹੁੰਦੀ ਹੈ ਤਾਂ ਸਤਿਗੁਰਾਂ ਦੇ ਪਿਆਰਿਆਂ ਨਾਲ ਮਿਲਾਪ ਹੁੰਦਾ ਹੈ। ਹਰ ਸਤਿਗੁਰ ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਆ, ਗਰੀਬ ਨਵਾਜ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਰਹਿਮਤ ਕਰੋ, ਮੈਨੂੰ ਐਸੇ ਸਤਿਗੁਰਾਂ ਦੇ ਨਾਲ ਮਿਲਾ ਦਿਓ ਜਿਨ੍ਹਾਂ ਦੇ ਨਾਲ ਤੇਰਾ ਨਾਮ ਚਿਤਾਵੇ। ਐਸੇ ਸੰਗਤ ਸਤਿਪੁਰਸ਼ਾਂ ਦੀ ਮੇਰੇ ਮਨ ਨੂੰ ਭਾਉਂਦੀ ਹੈ। ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਮੇਰਾ ਸਤਿਗੁਰ ਪਿਆਰਾ। ਹੁਣ ਉਸ ਸਤਿਪੁਰਸ਼ ਦੀ, ਪਿਆਰੇ ਦੀ, ਉਸ ਰੱਬ ਦੇ ਭਗਤ ਦੀ, ਉਸ ਰੱਬ ਨੂੰ ਪਿਆਰ ਕਰਨ ਵਾਲੇ ਦੀ, ਜਿਹਦੇ ਰਾਹੀਂ ਇਸ ਸਤਸੰਗਤ ਦਾ ਪ੍ਰੇਮ ਜਾਗਿਆ, ਉਹਦੇ ਬਾਰੇ ਬਿਆਨ ਕਰਦੇ ਆ। ਇੱਕ ਜਗਿਆਸੂ ਦੀ ਅਵਸਥਾ ਹੈ ਨਾ। ਕਹਿੰਦੇ ਮੇਰਾ ਸਤਿਗੁਰ ਪਿਆਰਾ, ਐਸਾ ਮੇਰਾ ਸਤਿਗੁਰ ਪਿਆਰਾ ਹੈ,
ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨਾ ਜਾਈ। ਐ ਅਕਾਲ ਪੁਰਖ ਪਰਮੇਸ਼ਰ ਜੀ, ਮੇਰਾ ਉਹਨਾਂ ਤੋਂ ਬਿਨਾਂ ਰਹਿਣ ਨੂੰ ਮਨ ਨਹੀਂ ਕਰਦਾ ਹੈ। ਹਰ ਨਾਮ ਦੇਵੈ, ਮੇਰਾ ਅੰਤ ਸਖਾਈ RAM। ਐ ਸਾਹਿਬ ਜੀ, ਉਸ ਪਿਆਰਿਆਂ ਦੀ ਸੰਗਤ ਵਿੱਚ ਮੈਨੂੰ ਐਸੇ ਨਾਮ ਦੀ ਪ੍ਰਾਪਤੀ ਹੋਈ ਹੈ, ਐਸੀ ਸੋਝੀ ਆਈ ਹੈ, ਜਿੱਥੋਂ ਮੈਨੂੰ ਇਹ ਗੱਲ ਦੀ ਦ੍ਰਿੜ ਨਿਸ਼ਚਾ ਹੋ ਗਿਆ ਹੈ ਕਿ ਅੰਤ ਨੂੰ ਨਾਮ ਨੇ ਮੇਰੇ ਨਾਲ ਜਾਣਾ ਹੈ। ਮੇਰਾ ਅੰਤ ਸਖਾਈ RAM, ਅੰਤ ਨੂੰ ਮੇਰਾ ਪਰਮੇਸ਼ਰ ਸਹਾਈ ਹੈ। ਇਸ ਕਰਕੇ ਸਤਿਗੁਰੂ ਗਰੀਬ ਨਵਾਜ ਹਰ ਨਾਮ ਦੇਵੈ, ਉਹਨਾਂ ਨੇ ਮੈਨੂੰ ਨਾਮ ਦੀ ਦਾਤ ਦਿੱਤੀ ਹੈ, ਜਿਹਦੇ ਕਰਕੇ ਮੈਨੂੰ ਇਹ ਗਿਆਨ ਹੋਇਆ ਹੈ ਕਿ ਪਰਮੇਸ਼ਰ ਮੇਰਾ ਅੰਤ ਨੂੰ ਸਹਾਇਤਾ ਕਰਨ ਵਾਲਾ ਹੈ। ਹਰ ਹਰ ਨਾਮ ਮੇਰਾ ਅੰਤ ਸਖਾਈ, ਗੁਰ ਸਤਿਗੁਰ ਨਾਮ ਦ੍ਰਿੜਾਇਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਹਰ ਹਰ ਨਾਮ ਮੇਰਾ ਅੰਤ ਸਖਾਈ। ਐ ਪਰਮੇਸ਼ਰ ਜੀ, ਜਿਹੜਾ ਤੁਹਾਡਾ ਨਾਮ ਆ ਉਹ ਮੇਰਾ ਅੰਤ ਵੇਲੇ ਸਹਾਇਤਾ ਕਰਦਾ ਹੈ। ਪਰ ਇਹ ਗੱਲ ਦ੍ਰਿੜ ਕਿਹਨੇ ਕਰਾਈ ਹੈ? ਇਹ ਗੱਲ ਦੱਸੀ ਕਿਹਨੇ ਹੈ? ਗੁਰ ਸਤਿਗੁਰ ਹਰ ਨਾਮ ਦ੍ਰਿੜਾਇਆ। ਇਹ ਗੱਲ ਮੈਨੂੰ ਰੱਬ ਦੇ ਪਿਆਰਿਆਂ, ਪਰਮੇਸ਼ਰ ਤੇਰੇ ਭਗਤਾਂ ਨੇ ਦੱਸੀ ਹੈ, ਪਰ ਉਹਨਾਂ ਮੈਨੂੰ ਦ੍ਰਿੜ ਕਰਾ ਦਿੱਤੀ ਹੈ। ਇੱਕ ਗੱਲ ਹੁੰਦੀ ਹੈ ਦੱਸਣੀ, ਇੱਕ ਹੁੰਦੀ ਹੈ ਨਿਸ਼ਚਾ ਕਰਾ ਦੇਣਾ। ਨਿਸ਼ਚਾ ਹਮੇਸ਼ਾ ਸਾਧ ਸੰਗਤ ਜੀ ਉਸ ਗੱਲ ਉੱਤੇ ਹੁੰਦਾ ਜਿੱਥੇ ਸਾਡਾ ਭਰੋਸਾ ਬੱਝਾ ਹੋਵੇ। ਜੇ ਸਾਡਾ ਭਰੋਸਾ ਨਹੀਂ ਤਾਂ ਅਸੀਂ ਕਦੇ ਵੀ ਨਿਸ਼ਚਾ ਨਹੀਂ ਕਰਦੇ। ਕਿਸੇ ਰਾਹ ਤੇ ਜਾਣਾ ਤੇ ਰਾਹ ਤੇ ਜਾਣ ਲੱਗਿਆ ਅਸੀਂ ਕਿਸੇ ਤੋਂ ਸਲਾਹ ਲੈਂਦੇ ਹਾਂ ਵੀ ਅੰਮ੍ਰਿਤਸਰ ਸਾਹਿਬ ਨੂੰ ਜਾਣਾ, ਕਿਹੜਾ ਰਾਹ ਸਹੀ ਹੈ? ਜਿਹੜਾ ਰਾਹ ਤੇ ਜਾਂਦਾ ਜਿੱਤੇ ਸਾਨੂੰ ਭਾਵੇਂ 10 ਬੰਦਿਆਂ ਕੋਲੋਂ ਪੁੱਛ ਲਈਏ, ਜਿਹੜੇ ਬੰਦੇ ਤੇ ਸਾਨੂੰ ਪੂਰਨ ਭਰੋਸਾ ਹੈ ਅਸੀਂ ਉਹਦੀ ਗੱਲ ਨੂੰ ਜ਼ਿਆਦਾ ਨਿਸ਼ਚਾ ਦੇਵਾਂਗੇ। ਬਾਕੀਆਂ 9 ਬੰਦਿਆਂ ਦੀਆਂ ਗੱਲਾਂ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਨਹੀਂ, ਉਹ ਬੰਦੇ ਦੀ ਗੱਲ ਸਹੀ ਹੈ। ਸਤਿਗੁਰੂ ਕਹਿੰਦੇ, ਗੁਰ ਸਤਿਗੁਰ ਨਾਮ ਦ੍ਰਿੜਾਇਆ। ਮੈਨੂੰ ਉਹਨਾਂ ਸਤਿਪੁਰਸ਼ਾਂ ਤੇ ਨਿਸ਼ਚਾ ਸੀ, ਇਸ ਕਰਕੇ ਉਹਨਾਂ ਨੇ ਮੈਨੂੰ ਇਹ ਗੱਲ ਦ੍ਰਿੜ ਕਰਵਾ ਦਿੱਤੀ ਹੈ। ਸਾਧ ਸੰਗਤ ਜੀ, ਇਹ ਦ੍ਰਿੜ ਨਿਸ਼ਚਾ ਗੁਰੂ ਦੇ ਪਿਆਰਿਆਂ ਨੇ, ਸਤਿਗੁਰੂ ਕਹਿੰਦੇ, ਮੈਨੂੰ ਕਰਾ ਦਿੱਤਾ ਹੈ। ਤੇ ਕਿਤੇ ਇਹ ਨਿਸ਼ਚਾ ਝਾਤ ਮਾਰੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ, ਜਿਸ ਵੇਲੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜਹਾਂਗੀਰ ਬਾਦਸ਼ਾਹ ਕਹਿੰਦਾ, ਮਹਾਰਾਜ ਆਓ ਚੱਲੀਏ ਸ਼ਿਕਾਰ ਖੇਡਣ। ਸਾਹਿਬ ਜੀ ਚੱਲ ਪਏ ਨਾਲ। ਜੰਗਲ ਦੇ ਵਿੱਚ ਜਾ ਕੇ ਕਿਤੇ ਆਰਾਮ ਕਰਨ ਲਈ ਸਤਿਗੁਰਾਂ ਨੇ ਵੀ ਆਪਣਾ ਪੜਾਅ ਕਰ ਲਿਆ ਤੇ ਜਹਾਂਗੀਰ ਬਾਦਸ਼ਾਹ ਨੇ ਵੀ ਆਪਣਾ ਪੜਾਅ ਕਰ ਲਿਆ। ਉੱਥੇ ਇੱਕ ਪ੍ਰੇਮੀ ਗੁਰੂ ਨਾਨਕ ਦੇ ਗੁਰੂ ਘਰ ਦਾ ਪਿਆਰਾ, ਉਹ ਸਾਧ ਸੰਗਤ ਜੀ ਘਾਈ, ਜਿਹੜਾ ਘਾਹ ਖੋਦਣ ਵਾਲਾ ਹੁੰਦਾ, ਉਹ ਜੰਗਲ ਦੇ ਵਿੱਚ ਘਾਹ ਖੋਦ ਰਿਹਾ ਸੀ। ਜਦੋਂ ਉਹਨੇ ਵੇਖਿਆ ਐਡਾ ਲਾਹੋ ਲਸ਼ਕਰ ਘੋੜੇ ਨਾਲ ਨੇ, ਸ਼ਸਤਰ ਬਸਤਰ ਸੇਵਕਾਂ ਦੇ ਪਹਿਨੇ ਹੋਏ ਆ, ਬੜਾ ਸੋਹਣਾ ਤੰਬੂ ਲੱਗਿਆ ਹੋਇਆ, ਆਲੇ ਦੁਆਲੇ ਚਹਿਲ ਪਹਿਲ ਹੈ ਜੰਗਲ ਦੇ ਵਿੱਚ, ਉਹਨੂੰ ਏਦਾਂ ਭੁਲੇਖਾ ਪਿਆ ਵੀ ਕਿਤੇ ਇਹ ਗੁਰੂ ਹਰਗੋਬਿੰਦ ਸਾਹਿਬ ਆ ਗਏ ਆ। ਤੇ ਉਹਦੇ ਕੋਲ ਹੋਰ ਤਾਂ ਕੁਝ ਹੈ ਨਹੀਂ ਸੀ। ਉਹਨੇ ਜਿਹੜੀ ਘਾਹ ਖੋਤਰ ਰਿਹਾ ਸੀ ਘਾਹ, ਉਹ ਘਾਹ ਦੀ ਪੰਡ ਬੰਨੀ ਤੇ ਜਾ ਕੇ ਜਹਾਂਗੀਰ ਦੇ ਤੰਬੂ ਵਿੱਚ ਪ੍ਰਵੇਸ਼ ਕਰ ਗਿਆ। ਤੇ ਕਦੀ ਦਰਸ਼ਨ ਦੀਦਾਰ ਨਹੀਂ ਸਨ ਕੀਤੇ ਸਤਿਗੁਰਾਂ ਦੇ, ਤੇ ਇਦਾਂ ਜਾਣਿਆ ਵੀ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਾ ਕੇ ਜਹਾਂਗੀਰ ਦੇ ਕੋਲ ਉਹ ਘਾਹ ਦੀ ਭੇਟ ਜਿਹੜੀ ਸੀ ਉਹ ਰੱਖ ਦਿੱਤੀ ਤੇ ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਤਰਸ ਕਰਿਓ ਜੇ, ਮੇਰੀ ਭੇਟ ਪ੍ਰਵਾਨ ਕਰਿਓ, ਮੈਨੂੰ ਅੰਤਲੇ ਸਮੇਂ ਰੱਖ ਲਿਓ। ਦੇਖੋ, ਦ੍ਰਿੜ ਕਰਾਉਣ ਦੀ ਗੱਲ ਹੈ ਨਾ, ਦ੍ਰਿੜ ਨਿਸ਼ਚਾ ਜਦੋਂ ਹੋਵੇਗਾ। ਤੇ ਜਦੋਂ ਇਹ ਗੱਲ ਕਹਿ ਦਿੱਤੀ ਮੈਨੂੰ ਅੰਤਲੇ ਸਮੇਂ ਰੱਖ ਲਿਓ ਸੱਚੇ ਪਾਤਸ਼ਾਹ, ਤੇ ਜਹਾਂਗੀਰ ਬਾਦਸ਼ਾਹ ਹੁਣ ਆਪਣੇ ਦਰਬਾਰ ਵਿੱਚ ਬੈਠਾ, ਸਾਰੇ ਕਾਜੀ ਮੁੱਲਾ ਸਾਰੇ ਉਹਦੇ ਅਹਿਲਕਾਰ ਆਲੇ ਦੁਆਲੇ ਬੈਠੇ ਆ। ਉਹ ਵੇਖਦੇ ਆ ਵੀ ਪਹਿਲੀ ਗੱਲ ਤਾਂ ਅਸੀਂ ਕਦੀ ਆਪਣੇ ਬਾਦਸ਼ਾਹ ਨੂੰ ਸੱਚੇ ਪਾਤਸ਼ਾਹ ਨਹੀਂ ਕਿਹਾ, ਇਹਨੂੰ ਸੱਚੇ ਪਾਤਸ਼ਾਹ ਕਹਿ ਰਹੇ ਆ। ਫਿਰ ਕਦੀ ਅਸੀਂ ਇਹਦੇ ਕੋਲ 24 ਘੰਟੇ ਰਹਿਣ ਵਾਲੇ, ਅਸੀਂ ਤੇ ਕਦੀ ਇਹਦੇ ਤੱਕ ਇਹ ਆਸਥਾ ਨਹੀਂ ਜਗਾਈ ਵੀ ਮੈਨੂੰ ਅੰਤ ਸਮੇਂ ਰੱਖ ਲਿਓ, ਮੈਨੂੰ ਜਹੰਨਮ ਤੋਂ ਬਚਾ ਲਿਓ। ਤੇ ਇਹਨੇ ਕਿੱਦਾਂ ਰੱਖ ਦਿੱਤੀ? ਜਦੋਂ ਆਪਣੇ ਅਹਿਲਕਾਰਾਂ ਦੇ ਵਿੱਚ ਬਾਦਸ਼ਾਹ ਨੇ ਇਹ ਬਚਨ ਸੁਣੇ, ਉਹਦੇ ਮਨ ਵਿੱਚ ਵੀ ਸ਼ੰਕਾ ਆ ਗਿਆ ਵੀ ਯਾਰ ਮੈਂ ਤਾਂ ਕਦੀ ਇਸ ਗੱਲ ਨੂੰ ਵਿਚਾਰਿਆ ਹੀ ਨਹੀਂ।
ਕਿਉਂਕਿ ਸ਼ਰ੍ਹਾ ਦੇ ਵਿੱਚ ਪੱਕਾ ਸੀ। ਉਹਨੇ ਕਿਹਾ ਜੇ ਮੈਨੂੰ ਇਹਨੇ ਸੱਚੇ ਪਾਤਸ਼ਾਹ ਕਹਿ ਦਿੱਤਾ, ਮੇਰੇ ਤੇ ਹੁਣੇ ਕੋਈ ਨਾ ਕੋਈ ਸਜ਼ਾ ਜ਼ਾਹਰ ਹੋ ਜਾਏਗੀ ਵੀ ਤੂੰ ਸੱਚੇ ਪਾਤਸ਼ਾਹ ਕਹਾਇਆ। ਸਾਡੇ ਧਰਮ ਵਿੱਚ ਤਾਂ ਸੱਚੇ ਪਾਤਸ਼ਾਹ ਕਹਾਉਣਾ ਗਲਤ ਆ। ਤੂੰ ਬਾਦਸ਼ਾਹ ਹੋ ਸਕਦਾ, ਸੱਚੇ ਪਾਤਸ਼ਾਹ ਨਹੀਂ ਤੂੰ ਹੋ ਸਕਦਾ, ਨਾ ਤੂੰ ਕਹਾ ਸਕਦਾ। ਤੇ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਵੀ ਸਿੱਖਾ, ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਸੱਚੇ ਪਾਤਸ਼ਾਹ ਨਹੀਂ, ਮੈਨੂੰ ਤੂੰ ਬਾਦਸ਼ਾਹ ਕਹਿ ਸਕਦਾ, ਮੈਨੂੰ ਤੂੰ ਰਾਜਾ ਮਹਾਰਾਜਾ ਕਹਿ ਸਕਦਾ, ਮੈਂ ਸੱਚੇ ਪਾਤਸ਼ਾਹ ਨਹੀਂ। ਦੂਸਰੀ ਗੱਲ ਇਹ ਹੈ ਕਿ ਮੈਨੂੰ ਤਾਂ ਆਪਣੇ ਅੰਤ ਸਮੇਂ ਦਾ ਨਹੀਂ ਪਤਾ ਕਿ ਮੈਂ ਤੈਨੂੰ ਕਿੱਦਾਂ ਬਚਾ ਲਵਾਂਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਐਸੇ ਬਚਨ ਸੁਣੇ। ਉਹ ਸਿੱਖ ਨੇ ਕਿਹਾ ਤੁਸੀਂ ਸੱਚੇ ਪਾਤਸ਼ਾਹ ਨਹੀਂ? ਕਹਿਣ ਲੱਗੇ ਨਹੀਂ। ਕਹਿਣ ਲੱਗੇ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਨਹੀਂ? ਕਹਿਣ ਲੱਗੇ ਨਹੀਂ। ਜਿਹੜੇ ਸੱਚੇ ਪਾਤਸ਼ਾਹ ਨੂੰ ਤੂੰ ਮਿਲਣ ਆਇਆ ਨਾ, ਉਹ ਇੱਥੇ ਨਹੀਂ, ਉਹਨਾਂ ਨੇ ਪਰਲੇ ਪਾਸੇ ਤੰਬੂ ਲਾਇਆ ਹੋਇਆ। ਉਸੇ ਵੇਲੇ ਸਿੱਖ ਨੇ ਆਪਣੀ ਘਾਹ ਦੀ ਜਿਹੜੀ ਪੰਡ ਸੀ, ਜਿਹੜੀ ਭੇਟ ਰੱਖੀ ਸੀ, ਉਹ ਚੁੱਕ ਲਈ। ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਤੂੰ ਇਹ ਕਿਉਂ ਚੁੱਕ ਕੇ ਲੈ ਚੱਲਿਆ? ਕਹਿਣ ਲੱਗਾ ਇਹ ਮੇਰੀ ਕਿਰਤ ਦੀ ਕਮਾਈ ਹੈ, ਇਹ ਮੇਰੀ ਮਿਹਨਤ ਦੀ ਕਮਾਈ ਹੈ ਬਾਦਸ਼ਾਹ। ਇਹ ਮੈਂ ਗੁਰੂ ਨੂੰ ਭੇਟ ਕਰਨ ਵਾਸਤੇ ਲਿਆਇਆ ਸੀ, ਬਾਦਸ਼ਾਹ ਨੂੰ ਭੇਟ ਕਰਨ ਵਾਸਤੇ ਨਹੀਂ ਸੀ ਲਿਆਇਆ। ਬਾਦਸ਼ਾਹ ਕਹਿੰਦਾ ਘਾਹ ਨਾਲੋਂ ਵੀ ਮੈਨੂੰ ਹੌਲਾ ਕਰ ਚੱਕਿਆ। ਸਿੱਖ ਕਹਿਣ ਲੱਗਾ ਮੈਂ ਘਾਹ ਨਾਲੋਂ ਹੌਲਾ ਇਸ ਕਰਕੇ ਕਰ ਚੱਲਿਆ ਕਿਉਂਕਿ ਇਹ ਮੇਰੀ ਕਿਰਤ ਦੀ ਕਮਾਈ ਹੈ। ਮੈਂ ਨਹੀਂ ਚਾਹੁੰਦਾ ਇਹ ਕਿਸੇ ਵਿਕਾਰੀ ਦੇ ਕੋਲ ਜਾਵੇ, ਮੈਂ ਇਹ ਗੁਰੂ ਵਾਸਤੇ ਲਈ ਹੈ। ਤੇ ਘਾਹ ਦੀ ਪੰਡ ਸਾਧ ਸੰਗਤ ਜੀ ਇੱਕ ਬਾਦਸ਼ਾਹ ਦੇ ਕੋਲੋਂ ਚੱਕ ਕੇ ਸਿੱਖ ਦਾ ਦ੍ਰਿੜ ਨਿਸ਼ਚਾ ਕਿੰਨਾ ਸੀ। ਨਹੀਂ ਤੇ ਅੱਜ ਵਾਲੀ ਦ੍ਰਿੜਤਾ ਹੋਵੇ, ਅੱਜ ਵਾਲੀ ਹਾਲਤ ਹੋਵੇ ਤੇ ਇਹ ਹੁੰਦਾ ਵੀ ਕਿਤੇ ਸਾਨੂੰ ਸਜ਼ਾ ਹੀ ਨਾ ਲਾ ਦੇਵੇ, ਬਾਦਸ਼ਾਹ ਕਿਤੇ ਸਾਡੇ ਕੰਮ ਹੀ ਨਾ ਵਿਗਾੜ ਦੇਵੇ। ਛੱਡੋ ਕੀ ਕਰਨੀ ਆ, ਛੱਡ ਦਿਓ, ਜਿਹੜੇ 150 ਗਏ, ਜਿਹੜੀ ਪੰਡ ਗਈ। ਪਰ ਉਹ ਦ੍ਰਿੜ ਨਿਸ਼ਚਾ ਸੀ ਕਿ ਇਸ ਲੋਕ ਦੇ ਵਿੱਚ ਕੁਛ ਮਰਜ਼ੀ ਸਰੀਰ ਨਾਲ ਕਰ ਲਵੇ, ਪਰ ਦਰਗਾਹ ਦੇ ਵਿੱਚ ਗੁਰੂ ਰੱਖ ਲਵੇ, ਉਹ ਜੀਵਨ ਸਫਲ ਆ। ਤੇ ਉਸੇ ਵੇਲੇ ਘਾਹ ਦੀ ਪੰਡ ਚੁੱਕੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਜਾ ਕੇ ਘਾਹ ਦੀ ਪੰਡ ਰੱਖ ਕੇ ਮਹਾਰਾਜ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਅਰਦਾਸ ਕਰ ਦਿੱਤੀ, ਮਹਾਰਾਜ ਮੇਰਾ ਅੰਤ ਵੇਲਾ ਰੱਖ ਲਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਹਰਗੋਬਿੰਦ ਸਾਹਿਬ ਪ੍ਰੇਮ ਵੇਖ ਕੇ, ਸ਼ਰਧਾ ਵੇਖ ਕੇ, ਇਹ ਨਹੀਂ ਕਿ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਭੇਟਾਵਾਂ ਨੂੰ ਵੇਖ ਕੇ, ਸਾਧ ਸੰਗਤ ਜੀ ਪ੍ਰੇਮ ਵੇਖ ਕੇ, ਗੋਬਿੰਦ ਭਾਓ ਭਗਤ ਦਾ ਭੁੱਖਾ, ਸ਼ਰਧਾ ਵੇਖ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਬਚਨ ਕਰ ਦਿੱਤੇ, ਸਿੱਖਾ ਅੰਤ ਦੇ ਵੇਲੇ ਤੇਰੇ ਨਾਲ ਅਸੀਂ ਸਹਾਈ ਹੋਵਾਂਗੇ, ਸਾਡਾ ਬਚਨ ਪੱਲੇ ਨਾਲ ਬੱਲ ਕੇ ਰੱਖੀ, ਕਦੇ ਗੁਰੂ ਨਾਨਕ ਦੇ ਦਰ ਨੂੰ ਨਾ ਛੱਡੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਦਰ ਨੂੰ ਨਾ ਛੱਡੀ, ਅੰਤ ਵੇਲੇ ਅਸੀਂ ਤੇਰੇ ਸਹਾਈ ਹੋਵਾਂਗੇ। ਇੰਨਾ ਬਚਨ ਕਹਿ ਦਿੱਤਾ ਸਾਧ ਸੰਗਤ ਜੀ, ਗੁਰਾਂ ਦੇ ਮੁਖ ਤੋਂ ਬਚਨ ਨਿਕਲਿਆ ਤੇ ਸਿੱਖ ਦਾ ਹਿਰਦਾ ਇਦਾਂ ਖਿੜ ਗਿਆ, ਇੰਨਾ ਭਰੋਸਾ, ਇੰਨੀ ਦ੍ਰਿੜਤਾ ਸੀ ਉਹਨਾਂ ਬਚਨਾਂ ਦੇ ਵਿੱਚ ਸਿੱਖ ਦੇ ਹਿਰਦੇ ਵਿੱਚ ਕਿ ਸਾਧ ਸੰਗਤ ਜੀ ਜਿਵੇਂ ਕਮਲ ਖਿੜ ਜਾਂਦਾ ਹੈ ਨਾ, ਇਸ ਤਰ੍ਹਾਂ ਕੁਮਲਾਇਆ ਹੋਇਆ ਹਿਰਦਾ ਗੁਰੂ ਦੇ ਬਚਨਾਂ ਰੂਪੀ ਸੂਰਜ ਸਾਹਮਣੇ ਜਾ ਕੇ ਖਿੜ ਗਿਆ, ਉਤਸ਼ਾਹ ਬਣ ਗਿਆ। ਬਾਹਰ ਆਇਆ, ਚਿਹਰੇ ਦੀ ਰੌਣਕ ਵੇਖ ਕੇ ਬਾਦਸ਼ਾਹ ਜਹਾਂਗੀਰ ਦਾ ਇੱਕ ਵਕੀਲ ਖੜਾ ਸੀ, ਪੁੱਛਣ ਲੱਗਾ, ਕਹਿਣ ਲੱਗਾ ਤੈਨੂੰ ਇੱਥੋਂ ਲੋਕ ਪਰਲੋਕ ਦੀ ਕੀ ਮਿਲੀ ਹੈ? ਕੇਵਲ ਗੁਰੂ ਨੇ ਆਪਣੇ ਮੁਖੋਂ ਹੀ ਕਿਹਾ ਹੈ ਨਾ? ਉਹ ਕਹਿਣ ਲੱਗਾ ਇਹ ਮੁਖੋਂ ਕਹਿਣ ਦੀ ਵੀ ਤਾਕਤ ਤੁਹਾਡੇ ਬਾਦਸ਼ਾਹ 'ਚ ਨਹੀਂ, ਇਹ ਸਾਡੇ ਸੱਚੇ ਪਾਤਸ਼ਾਹ ਵਿੱਚ ਹੀ ਆ। ਆਖੋ ਸਤਨਾਮ ਸ੍ਰੀ। ਜਿਹੜਾ ਕਰ ਸਕਦਾ ਉਹੋ ਹੀ ਕਹਿ ਸਕਦਾ, ਦੂਜਾ ਕਹਿ ਨਹੀਂ ਸਕਦਾ। ਇਸ ਕਰਕੇ ਉਹ ਗੁਰੂ ਨੇ ਸਾਨੂੰ ਕਹਿ ਦਿੱਤਾ, ਇਹ ਗੱਲ ਮੈਨੂੰ ਰੱਬ ਦੇ ਪਿਆਰਿਆਂ ਨੇ ਦ੍ਰਿੜ ਕਰਾਈ ਹੈ, ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੇ। ਜੇ ਗੁਰੂ ਨੇ ਮੈਨੂੰ ਕਹਿ ਦਿੱਤਾ ਉਹ ਕੰਮ ਮੇਰਾ ਹੋ ਗਿਆ, ਗੁਰੂ ਨੇ ਕਹਿ ਦਿੱਤਾ ਤਾਂ ਹੋ ਗਿਆ, ਮੈਨੂੰ ਇਹਦੇ ਵਿੱਚ ਦੋ ਚਿੱਤੀ ਨਹੀਂ ਹੈ। ਪਰ ਇਹ ਗੱਲ ਦ੍ਰਿੜ ਕਰਾਈ ਗਈ ਹੈ, ਇਹ ਗੱਲ ਤੇ ਭਰੋਸਾ ਕਰਾਇਆ ਗਿਆ ਹੈ। ਜਿਸ ਦਿਨ ਇਹ ਗੱਲ ਦਾ ਭਰੋਸਾ ਸੇਵਕ ਨੂੰ ਹੁੰਦਾ, ਉਸ ਦਿਨ ਗੁਰੂ ਦੀ ਨਜ਼ਰ ਹੁੰਦੀ ਹੈ, ਉਸ ਦਿਨ ਗੁਰੂ ਸਾਹਿਬ ਰਹਿਮਤ ਕਰਦੇ ਆ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕੀ ਕਹਿ ਰਹੇ ਇੱਥੇ ਜਗਿਆਸੂ ਦੀ ਅਵਸਥਾ, ਮੇਰਾ ਸਤਿਗੁਰ ਹਰ ਹਰ ਨਾਮ ਮੇਰਾ ਅੰਤ ਸਖਾਈ, ਗੁਰ ਸਤਿਗੁਰ ਨਾਮ ਦ੍ਰਿੜਾਇਆ। ਹਰੀ ਦਾ ਨਾਮ ਮੇਰਾ ਅੰਤ ਦਾ ਸਹਾਈ ਹੈ, ਇਹ ਗੱਲ ਮੇਰੇ ਗੁਰੂ ਨੇ ਮੈਨੂੰ ਦ੍ਰਿੜ ਕਰਾਈ ਹੈ। ਜਿੱਥੈ ਪੁੱਤ ਕਲਤਰ ਕੋਈ ਬੇਲੀ ਨਾਹੀ, ਤਿੱਥੈ ਹਰ ਹਰ ਨਾਮ ਛਡਾਇਆ। ਜਿੱਥੇ ਮੇਰਾ ਪੁੱਤਰ
ਮੇਰਾ ਰਿਸ਼ਤੇਦਾਰ ਸੰਬੰਧੀ ਦੋਸਤ ਮਿੱਤਰ ਤੇ ਹੋਰ ਮੇਰੀ ਇਸਤਰੀ ਸਾਰਾ ਕੁਟੁੰਬ ਜਿੰਨਾ ਵੀ ਹੈ, ਜਿੱਥੇ ਸਾਰੇ ਸਾਥ ਛੱਡਦੇ ਆ ਨਾ, ਉੱਥੇ ਹਰੀ ਦਾ ਨਾਮ ਨਾਲ ਜਾਂਦਾ ਹੈ। ਤੇ ਹਰੀ ਦੇ ਨਾਮ ਵਿੱਚ ਇੰਨੀ ਤਾਕਤ ਹੈ ਸਤਿਗੁਰੂ ਜੀ, ਉਹ ਇੱਕ ਨੂੰ ਨਹੀਂ, ਉਹ ਸਾਰੇ ਨਰਕ ਹੀ ਖਾਲੀ ਕਰਨ ਦੀ ਤਾਕਤ ਰੱਖਦਾ ਹੈ। ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਤੇ ਸਿਮਰਨੇ ਪਾਪੀ ਤਰੇ ਅਨੇ। ਨਰਕ ਖਾਲੀ ਕਰ ਦਿੱਤੇ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ, ਜਿੱਥੇ ਜਹ ਹਰ ਨਾਮ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਤਹ ਹਰ ਨਾਮ ਸੰਗ ਹੋਤ ਸਹਾਈ। ਜਹ ਮਹਾਪਦਿਆ ਭਿਆਨ, ਜਿੱਥੇ ਹਨੇਰਾ ਹੀ ਹਨੇਰਾ ਹੁੰਦਾ, ਉੱਥੇ ਗੁਰੂ ਦਾ ਸ਼ਬਦ ਪ੍ਰਕਾਸ਼ ਦਿੰਦਾ। ਜਿੱਥੇ ਕੋਈ ਮਾਂ ਪਿਓ ਭੈਣ ਭਰਾ ਸਾਖ ਸੰਬੰਧੀ ਸਹਾਈ ਨਹੀਂ ਹੁੰਦੇ, ਉੱਥੇ ਗੁਰੂ ਸੱਚੇ ਪਾਤਸ਼ਾਹ ਦਾ ਨਾਮ ਸਹਾਈ ਹੈ। ਧੰਨ ਧੰਨ ਸਤਿਗੁਰ ਪੁਰਖ ਨਿਰੰਜਨ, ਜਿਤ ਮਿਲ ਹਰ ਨਾਮ ਧਿਆਈ। ਸਤਿਗੁਰੂ ਕਹਿੰਦੇ ਐਸੇ ਸਤਿਪੁਰਖਾਂ ਤੋਂ ਭਾਈ ਸਤਿਗੁਰੂ ਜੀ, ਮੈਂ ਐਸੇ ਪੁਰਖਾਂ ਤੋਂ ਵਾਰ-ਵਾਰ ਬਲਿਹਾਰੇ ਜਾਨਾ, ਧੰਨਤਾ ਦੇ ਯੋਗ ਹਨ ਐਸੇ ਸਤਿਪੁਰਖ ਜਿਨ੍ਹਾਂ ਦੇ ਨਾਮ ਮਿਲ ਕੇ ਐਸੇ ਨਾਮ ਨੂੰ ਧਿਆਉਣਾ ਕਰਦੇ ਹਾਂ। ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨਾ ਜਾਈ। ਜਦੋਂ ਸਾਧ ਸੰਗਤ ਜੀ ਇੰਨੀ ਸੋਝੀ ਹੋ ਜਾਵੇ, ਜਦੋਂ ਇੰਨਾ ਪਤਾ ਹੀ ਲੱਗ ਜਾਵੇ ਵੀ ਇੱਥੋਂ ਬਿਨਾ ਹੋਰ ਕੋਈ ਸਹਾਈ ਨਹੀਂ, ਫਿਰ ਦੱਸੋ ਆਪਣੇ ਆਪ ਮੁਖ ਚੋਂ ਨਿਕਲਦਾ ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨਾ ਜਾਏ। ਜਦੋਂ ਇੰਨੀ ਸਮਝ ਆ ਗਈ, ਜਦੋਂ ਪਕੜ ਆ ਗਈ ਗੱਲ ਦੀ ਕਿ ਗੁਰੂ ਨੇ ਸਾਰੇ ਥਾਂ ਤੇ ਸਹਾਈ ਹੋਵਣਾ ਤੇ ਇਹ ਸੰਗਤ ਗੁਰੂ ਦੀ ਹੈ, ਫਿਰ ਸੁਭਾਵਕ ਨਿਕਲਦਾ ਜਗਿਆਸੂ ਦੇ ਹਿਰਦੇ ਵਿੱਚੋਂ, ਗੁਰ ਮੇਰਾ ਸੰਗ ਸਦਾ ਹੈ। ਫਿਰ ਸੁਭਾਵਕ ਨਿਕਲਦੇ ਆ ਬਚਨ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਉਹਨਾਂ ਬਚਨਾਂ ਨੂੰ ਦ੍ਰਿੜ ਕਰਾਉਣ ਵਾਸਤੇ ਬਚਨ ਵਾਰ-ਵਾਰ ਸਾਨੂੰ ਕਹਿੰਦੇ ਆ। ਮਹਾਰਾਜ ਕਹਿੰਦੇ, ਮੇਰਾ ਸਤਿਗੁਰ ਪਿਆਰਾ, ਐਸਾ ਮੇਰਾ ਪਿਆਰਾ ਸਤਿਗੁਰ, ਮੈਂ ਗੁਰ ਬਿਨ ਰਹਿਣ ਨਾ ਜਾਈ, ਮੇਰੇ ਤੋਂ ਗੁਰੂ ਤੋਂ ਬਿਨਾ ਰਹਿਣ ਨਹੀਂ ਹੁੰਦਾ। ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਹੁਣ ਗੁਰੂ ਸਾਹਿਬ ਦੀ ਮਹਿਮਾ ਜਣਾ ਕੇ ਹੁਣ ਜਗਿਆਸੂ ਨੂੰ ਨਾਲ ਸੇਧ ਵੀ ਦੇ ਰਹੇ ਆ, ਨਾਲ ਦੱਸ ਵੀ ਰਹੇ ਆ ਕਿ ਜਿਹੜੇ ਜਗਿਆਸੂ ਗੁਰੂ ਨਾਲ ਮਿਲੇ ਹੁੰਦੇ ਆ, ਉਹਨਾਂ ਦੇ ਜੀਵਨ ਵਿੱਚ ਕਿੰਨੇ ਸੁੱਖ ਹੁੰਦੇ ਆ, ਕਿੰਨੀ ਸ਼ਾਂਤੀ ਹੁੰਦੀ ਹੈ। ਕਿਉਂਕਿ ਸਾਧ ਸੰਗਤ ਜੀ, ਜੇ ਆਪਾਂ ਇੱਥੋਂ ਰਸਤੇ ਤੋਂ ਚੱਲ ਪਈਏ ਕਿਸੇ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ, ਜਦੋਂ ਤੱਕ ਅਸੀਂ ਮੰਜ਼ਿਲ ਪ੍ਰਾਪਤ ਨਹੀਂ ਕਰਦੇ, ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਜਾਂਦੇ। ਸਾਨੂੰ ਰਸਤੇ ਵਿੱਚ ਹਮੇਸ਼ਾ ਇਹੋ ਹੀ ਹੁੰਦਾ, ਕਦੋਂ ਪਹੁੰਚਾਂਗੇ। ਜਦੋਂ ਪਹੁੰਚ ਜਾਂਦੇ ਆ, ਉਦੋਂ ਇੱਕ ਪਾਸਿਓਂ ਮਨ ਸ਼ਾਂਤ ਹੋ ਜਾਂਦਾ ਕਿ ਹੁਣ ਪਹੁੰਚ ਗਏ ਆ। ਇਸੇ ਪ੍ਰਕਾਰ ਜਗਿਆਸੂ ਦੀ ਮੰਜ਼ਿਲ ਗੁਰੂ ਨੂੰ ਮਿਲਣਾ ਹੈ। ਤੇ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਇਸ ਰਸਤੇ ਤੋਂ ਗੁਰੂ ਨੇ ਮਿਲ ਜਾਣਾ, ਉਹਦੀ ਇੱਕ ਮੰਜ਼ਿਲ ਤਾਂ ਤੜਫਣ ਵਾਲੀ ਖਤਮ ਹੋ ਗਈ ਨਾ, ਕਿ ਮਿਲ ਹੀ ਜਾਣਾ, ਚੱਲ ਪਏ ਹਾਂ। ਤੇ ਜਿਹੜੇ ਨਹੀਂ ਮਿਲਦੇ, ਇੱਕ ਮੰਜ਼ਿਲ ਸਤਿਗੁਰਾਂ ਨੇ ਸੁੱਖ ਦੀ ਬਿਆਨ ਕਰ ਦਿੱਤੀ। ਹੁਣ ਜਿਹੜੇ ਨਹੀਂ ਮਿਲਦੇ, ਉਹਨਾਂ ਬਾਰੇ ਸਤਿਗੁਰੂ ਕਹਿੰਦੇ ਆ, ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ। ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਇਹਨਾਂ ਨੇਤਰਾਂ ਨੂੰ ਸਫਲ ਨਹੀਂ ਕੀਤਾ। ਕਿਉਂ? ਕਿਉਂਕਿ ਸਤਿਗੁਰੂ ਦੇ ਦਰਸ਼ਨ ਹੀ ਨਹੀਂ ਕੀਤੇ। ਇਹ ਸਾਧ ਸੰਗਤ ਜੀ, 5 ਗਿਆਨ ਇੰਦਰੇ ਹੈ, 5 ਕਰਮ ਇੰਦਰੇ ਹੈ, ਫਿਰ ਮਨ ਬੁੱਧੀ ਹੈ। ਪਹਿਲੋਂ ਇਹਨਾਂ ਇੰਦਰੀਆਂ ਰਾਹੀਂ ਸਾਡੇ ਅੰਦਰ ਉਹ ਭਾਵਨਾ ਜਾਏਗੀ, ਫਿਰ ਸਾਨੂੰ ਉਸ ਦਾ ਗਿਆਤ ਹੋਏਗਾ। ਜੇ ਬਾਹਰ ਹੀ ਨਹੀਂ ਉਹ ਚੀਜ਼ ਸਾਡੇ ਅੰਦਰ ਗਈ, ਫਿਰ ਅੰਦਰੋਂ ਪ੍ਰਗਟ ਕਿੱਦਾਂ ਹੋਵੇਗੀ? ਜੇ ਕਿਸੇ ਨੇ ਬਾਹਰੋਂ ਵਰਦੀ ਪਹਿਨੀ ਹੈ, ਤਾਂ ਹੀ ਉਹਦਾ ਦ੍ਰਿਸ਼ਟਾਂਤ ਪਤਾ ਲੱਗਦਾ ਵੀ ਇਹ ਫੌਜ ਦਾ ਕਰਨਲ ਜਰਨਲ ਹੈ, ਇਹ ਪੁਲਿਸ ਦਾ ਦਫ਼ਤਰ ਦਾ ਬੰਦਾ ਹੈ, ਇਹ ਵਕੀਲ ਹੈ। ਉਹਦੀ ਡਰੈਸ ਤੋਂ ਪਤਾ ਲੱਗਦਾ। ਉਹਦੇ ਬਾਹਰ ਸੀ ਤਾਂ ਉਹਦੇ ਅੰਦਰ ਵਕਾਲਤ ਸਾਨੂੰ ਦਿਸੀ ਹੈ। ਜੇ ਅਸੀਂ ਉਹਦੀ ਡਰੈਸ ਦੇਖੀ, ਸਾਨੂੰ ਪਤਾ ਲੱਗਿਆ ਕਿ ਪੁਲਿਸ ਵਾਲਾ, ਇਹਦੇ ਤੋਂ ਇਹ ਸਾਡਾ ਕੰਮ ਹੋ ਸਕਦਾ, ਇਹ ਸਾਡਾ ਕਾਰਜ ਕਰ ਸਕਦਾ। ਇਸੇ ਤਰ੍ਹਾਂ ਜੇ ਨੇਤਰਾਂ ਦੇ ਨਾਲ ਗੁਰੂ ਦੇ ਦਰਸ਼ਨ ਨਹੀਂ ਹੋਏ, ਤੇ ਅੰਦਰ ਗੁਰੂ ਦੀ ਭਾਵਨਾ ਕਿੱਦਾਂ ਉਤਰੇਗੀ? ਇਹ ਗਿਆਨ ਇੰਦਰੇ ਹੈ। ਇਹਨਾਂ ਇੰਦਰੀਆਂ ਰਾਹੀਂ ਗੁਰੂ ਨੇ ਸਾਡੇ ਹਿਰਦੇ ਵਿੱਚ ਜਾਣਾ ਹੈ, ਕੰਨਾਂ ਨੇ ਬਚਨ ਸੁਣਨੇ ਹੈ, ਤਾਂ ਉਹ ਭਾਵਨਾ ਅੰਦਰ ਬਣਨੀ ਹੈ। ਜੇ ਦਰਸ਼ਨ ਹੀ ਨਹੀਂ ਕੀਤੇ ਤੇ ਸੁਣਨਾ ਵੀ ਨਹੀਂ, ਸੇਵਾ ਵੀ ਨਹੀਂ ਹੱਥਾਂ ਨਾਲ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਐਸੇ ਮਨਮੁਖ ਬੰਦੇ
ਜਿਨ੍ਹਾਂ ਨੇ ਦਰਸ਼ਨ ਹੀ ਨਹੀਂ ਗੁਰੂ ਦਾ ਕੀਤਾ। ਤਿਨ ਨਿਹਫਲ ਜਨਮ ਸਭ ਬ੍ਰਿਥਾ ਗਵਾਇਆ RAM। ਉਹਨਾਂ ਨੇ ਜਨਮ ਜਿਹੜਾ, ਜਿਸ ਜਨਮ ਨੂੰ ਇਸ ਦੇਹੀ ਕੋ ਸਿਮਰੈ ਦੇਵ, ਜਿਸ ਦੇਹੀ ਨੂੰ 33 ਕਰੋੜ ਦੇਵਤੇ ਸਿਮਰਦੇ ਆ। ਕਿਉਂ? ਕਿਉਂਕਿ ਇਸ ਦੇਹੀ ਦੇ ਨਾਲ ਪਰਮੇਸ਼ਰ ਮਿਲ ਜਾਂਦਾ। ਇਸ ਦੇਹੀ ਨੂੰ ਮਹਾਰਾਜ ਨੇ ਮਨੁੱਖਾ ਦੇਹੀ ਨੂੰ ਉੱਤਮ ਦੇਹੀ ਕਿਹਾ ਹੈ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਇਸ ਦੇਹੀ ਨੂੰ ਗੁਰੂ ਦੇ ਮਿਲਣ ਦਾ ਫਲ ਮਿਲਦਾ। ਜਿਸ ਤਰ੍ਹਾਂ ਇੱਕ ਰੁੱਖ ਨੂੰ ਬੀਜਦੇ ਆ, ਉਹਦੇ ਪੱਤੇ, ਡਾਲੀਆਂ, ਫਲ ਲੱਗਦੇ ਆ, ਪਰ ਉਹ ਫਲ ਜਦੋਂ ਪੱਕਦਾ ਹੈ ਤਾਂ ਉਸ ਰੁੱਖ ਦਾ ਹੋਣਾ ਸਫਲ ਹੁੰਦਾ, ਵੀ ਇਹ ਰੁੱਖ ਸਫਲ ਹੋ ਗਿਆ, ਵੀ ਇਹਨੂੰ ਫਲ ਲੱਗ ਗਿਆ। ਤੇ ਇਸੇ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਇਸ ਜਨਮ ਦੇ ਵਿੱਚ ਗੁਰੂ ਨੂੰ ਨਹੀਂ ਪ੍ਰਾਪਤ ਕੀਤਾ, ਉਹਨਾਂ ਨੇ ਜਨਮ ਨਿਫਲ ਗਵਾ ਲਿਆ, ਨਿਸ਼ਫਲ ਗਵਾ ਲਿਆ, ਫਲ ਨਹੀਂ ਲਿਆ ਇਸ ਜਨਮ ਦਾ। ਕਿਉਂਕਿ ਸਾਧ ਸੰਗਤ ਜੀ, ਸਾਰੇ ਕਰਮ ਸਾਡੇ ਪਸ਼ੂਆਂ ਨਾਲ ਮਿਲਦੇ ਆ, ਪੰਛੀਆਂ ਨਾਲ ਵੀ ਮਿਲਦੇ ਆ, ਸਾਰੇ ਕਰਮ ਮਿਲਦੇ ਆ। ਭੋਜਨ ਪਸ਼ੂ ਪੰਛੀ ਛਕਦੇ ਆ, ਪੇਟ ਦੇ ਆਹਾਰ ਲਈ, ਉਹ ਅਸੀਂ ਵੀ ਛਕਦੇ ਆ। ਉਹਨਾਂ ਨੂੰ ਵੀ ਗਰਮੀ ਸਰਦੀ ਦਾ ਵੇਖਣਾ ਪੈਂਦਾ, ਅਸੀਂ ਵੀ ਉਸ ਮਾਹੌਲ ਵਿੱਚ ਰਹਿੰਦੇ ਆ। ਉਹਨਾਂ ਦੇ ਵੀ ਬੱਚੇ ਹੁੰਦੇ ਆ, ਸਾਡਾ ਵੀ ਸਭ ਕੁਝ ਸਮਾਨ ਹੈ। ਉਹਨਾਂ ਦੇ ਵੀ ਕੰਨ, ਨੱਕ, ਅੱਖਾਂ ਹੈ, ਸਭ ਕੁਝ ਹੈ, ਪਰ ਉਹਨਾਂ ਕੋਲ ਬੋਧ ਨਹੀਂ ਹੈ। ਜੇ ਆਪਾਂ ਕਿਸੇ ਪਸ਼ੂ ਨੂੰ ਆਵਾਜ਼ਾਂ ਮਾਰੀ ਜਾਈਏ ਜਾਂ ਕਹੀ ਜਾਈਏ ਵੀ ਇਹਦੇ ਪੈਰੀ ਹੱਥ ਲਾ ਜਾਂ ਇਹਦੇ ਪੈਰਾਂ 'ਚ, ਉਹਨੂੰ ਬੋਧ ਨਹੀਂ ਹੈ। ਉਹਨੂੰ ਸਿਖਾਉਣਾ ਪੈਂਦਾ, ਉਹਨੂੰ ਰਟਨ ਕਰਾਉਣਾ ਪੈਂਦਾ, ਉਹਦਾ ਪੈਰ ਲਾਉਣਾ ਪੈਂਦਾ ਤਾਂ ਬੋਧ। ਪਰ ਸਾਨੂੰ ਸੁਣਦਿਆਂ ਸਾਰ ਬੋਧ ਹੋ ਜਾਂਦਾ, ਸਾਨੂੰ ਪਤਾ ਲੱਗ ਜਾਂਦਾ। ਸਾਡੀਆਂ ਅੱਖਾਂ ਸਾਨੂੰ ਬੋਧ ਕਰਾ ਦਿੰਦੀਆਂ, ਇਹ ਅੱਗ ਹੈ, ਇੱਥੋਂ ਦੂਰ ਰਹਿਣਾ, ਇੱਥੇ ਤਪਤ ਹੈ, ਇੱਥੇ ਹੱਥ ਪੈਰ ਨਹੀਂ ਲੱਗਣਾ ਚਾਹੀਦਾ। ਸਾਨੂੰ ਸੁਣਦਿਆਂ ਪਤਾ ਲੱਗ ਜਾਂਦਾ ਹੈ ਕਿ ਇਹ ਰਾਹ ਠੀਕ ਹੈ, ਇਹ ਗਲਤ, ਸਾਨੂੰ ਬੋਧ ਹੋ ਜਾਂਦਾ ਹੈ। ਤੇ ਇਹ ਬੋਧ ਦੇ ਰਾਹੀਂ ਜੇ ਗੁਰੂ ਮਿਲ ਗਿਆ ਤੇ ਜਨਮ ਸਫਲ ਹੈ, ਤੇ ਜੇ ਨਾ ਬੋਧ ਕੀਤਾ, ਗੁਰੂ ਨੂੰ ਨਾ ਮਿਲਿਆ, ਤੇ ਜਨਮ ਨਿਸ਼ਫਲ ਗਵਾ ਲਿਆ। ਤੇ ਸਤਿਗੁਰੂ ਕਹਿੰਦੇ ਐਡਾ ਅਮੋਲਕ ਜਨਮ ਉਹਨਾਂ ਨੇ ਨਿਸ਼ਫਲ ਗਵਾਇਆ ਜਿਨ੍ਹਾਂ ਗੁਰੂ ਦੇ ਦਰਸ਼ਨ ਨਹੀਂ ਕੀਤੇ। ਨਿਹਫਲ ਜਨਮ ਤਿਨ ਬ੍ਰਿਥਾ ਗਵਾਇਆ, ਤੇ ਸਾਕਤ ਮੋਏ ਮਰ ਝੂਰੇ। ਸਤਿਗੁਰੂ ਕਹਿੰਦੇ ਉਹਨਾਂ ਨੇ ਇਹ ਜਨਮ ਨਿਸ਼ਫਲ ਬਿਰਥਾ ਗਵਾ ਲਿਆ। ਉਹ ਸਾਕਤ ਪੁਰਸ਼ ਨੇ ਆਪਣਾ ਇਹ ਜਨਮ ਬਿਰਥਾ ਗਵਾ ਕੇ ਝੂਰਦੇ ਹੋਏ ਮਰ ਗਏ। ਝੂਰਦੇ ਹੀ ਮਰਨਾ। ਕਿਉਂ? ਗੁਰੂ ਦੀ ਪ੍ਰਾਪਤੀ ਨਹੀਂ ਕੀਤੀ, ਬੋਧ ਨਹੀਂ ਲਿਆ, ਗੁਰੂ ਦੇ ਮਾਰਗ ਨੂੰ ਨਹੀਂ ਸਮਝਿਆ, ਗੁਰੂ ਦੇ ਰੱਬ ਦੇ ਜੋ ਉਪਦੇਸ਼ ਨੂੰ ਧਾਰਨ ਨਹੀਂ ਕੀਤਾ। ਤੇ ਕੀ ਹੋਇਆ? ਝੂਰਦਾ ਕਿੱਥੋਂ ਹੈ? ਜਦੋਂ ਮਰਨ ਲੱਗਾ ਉਦੋਂ ਝੂਰਦਾ ਵੀ ਮੈਂ ਐਡੇ ਮਹਿਲ ਬਣਾਏ ਆ। ਅੰਤਕਾਲ ਜੇ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ। ਝੂਰ ਹੀ ਰਿਹਾ। ਇੱਥੋਂ ਛੁੱਟਿਆ ਉੱਥੇ ਚਲਾ ਗਿਆ। ਫਰਕ ਕੀ ਪਿਆ? ਇੰਨਾ ਹੀ ਫਰਕ ਪਿਆ ਹੈ ਨਾ ਕਿ ਜਿਵੇਂ ਸੁੱਤੇ ਹੋਏ ਤੇ ਜਾਗਦੇ ਹੋਏ ਮਨੁੱਖ ਦਾ। ਸਤਪੁਰਸ਼ ਜਿਹੜੇ ਅਭਿਆਸੀ ਨੇ ਉਹ ਕਹਿੰਦੇ ਆ ਕਿ ਜਿਹੜਾ ਮਰਨਾ ਹੈ ਉਹ ਇੱਕ ਲੰਬੀ ਨੀਂਦ ਹੈ। ਉਹ ਇੱਕ ਲੰਬੀ ਨੀਂਦ ਹੈ, ਇਸ ਤੋਂ ਵੱਧ ਕੁਝ ਵੀ ਨਹੀਂ ਹੈ, ਨੀਂਦ ਹੀ ਹੈ। ਨੀਂਦ ਦੇ ਵਿੱਚ ਵੀ ਇੱਕ ਅਸੀਂ ਜਦੋਂ ਸੁਪਨਾ ਦੇਖਦੇ ਹਾਂ ਉਦੋਂ ਇੱਕ ਜੀਵਨ ਹੀ ਬਤੀਤ ਕਰਦੇ ਹਾਂ। ਸਾਨੂੰ ਇਸ ਸਰੀਰ ਦੀ ਬੋਧਤਾ ਨਹੀਂ ਹੁੰਦੀ। ਸੌਂਦੇ ਹਾਂ, ਸੁਪਨਾ ਦੇਖਦੇ ਹਾਂ, ਇੱਕ ਨਵਾਂ ਜੀਵਨ ਆ ਜਾਂਦਾ, ਸਭ ਕੁਝ ਇੱਦਾਂ ਲੱਗਦਾ ਕਿ ਉਹ ਸੱਚ ਵਰਤ ਰਿਹਾ, ਉੱਠੇ ਤਾਂ ਕੁਝ ਵੀ ਨਹੀਂ, ਉੱਦਾਂ ਦਾ ਉੱਦਾਂ ਹੀ। ਇੱਦਾਂ ਹੀ ਇਹ ਜਨਮ ਬਿਰਥਾ ਗਵਾ ਲਿਆ ਉਹਨਾਂ ਨੇ ਇਸ ਜਨਮ ਦੇ ਵਿੱਚੋਂ ਲਾਹਾ ਨਹੀਂ ਲਿਆ ਤੇ ਝੂਰਨ ਲੱਗ ਪਏ। ਝੂਰਦੇ ਕੀ ਨੇ? ਉਹ ਉਪਦੇਸ਼ ਦ੍ਰਿੜ ਨਹੀਂ ਕੀਤਾ। ਤੇ ਜਦੋਂ ਅੰਤ ਸਮਾਂ ਆਇਆ ਉਦੋਂ ਰਾਮ ਥੋੜਾ ਚੇਤੇ ਆਉਣਾ, ਕਿਉਂਕਿ ਉਹਨੂੰ ਦ੍ਰਿੜ ਕਰਨਾ ਪੈਣਾ। ਜਿਹੜਾ ਦ੍ਰਿੜ ਹੋਏਗਾ ਉਹਨੇ ਚੇਤਾ ਆਉਣਾ। ਇਹ ਸਾਧ ਸੰਗਤ ਜੀ ਸਾਡੇ ਜੀਵਨ ਦੀ ਉਦਾਹਰਣ ਹੈ ਕਿ ਜਦੋਂ ਸਾਨੂੰ ਕੋਈ ਬਹੁਤ ਜ਼ਿਆਦਾ ਕਸ਼ਟ ਆਉਂਦਾ ਜਾਂ ਸਾਡੇ ਤੇ ਕੋਈ ਸੰਕਟ ਬਣਦਾ, ਜਿਹਦੇ ਨਾਲ ਸਾਡਾ ਬਹੁਤ ਨੇੜਤਾ ਹੁੰਦੀ ਹੈ ਨਾ, ਜਿਹੜਾ ਸਾਨੂੰ ਸਿਮਰਨ ਭਾਵ ਕੇ ਜੇ ਭਰਾ ਨਾਲ ਹੈ, ਪਿਤਾ ਨਾਲ ਹੈ, ਮਾਤਾ ਨਾਲ ਹੈ, ਕੁਝ ਵੀ ਹੈ, ਤੇ ਜਿਹਦੇ ਨਾਲ ਸਾਡੀ ਜ਼ਿਆਦੀ ਨੇੜਤਾ ਹੁੰਦੀ ਹੈ, ਸਾਨੂੰ ਉਹਦਾ ਚੇਤਾ ਆਉਂਦਾ। ਜੇ ਮੰਨ ਲਓ ਕੋਈ ਐਕਸੀਡੈਂਟ ਜਾਂ ਸੰਕਟ ਹੋ ਗਿਆ, ਸਾਡੀ ਜਿਹਦੇ ਨਾਲ ਨੇੜਤਾ ਅਸੀਂ ਕਹਿੰਦੇ ਹਾਂ ਉਹਨੂੰ ਫੋਨ ਲਾ ਦਿਓ, ਉਹਨੂੰ ਮਿਲਾ ਦਿਓ, ਉਹਦੇ ਨਾਲ ਸਾਡੀ ਗੱਲ ਕਰਾ ਦਿਓ, ਉਹਦੇ ਤੱਕ ਮੇਰਾ ਸੰਦੇਸ਼ ਪਹੁੰਚਾ ਦਿਓ, ਕਿਉਂਕਿ ਸਾਡੀ ਨੇੜਤਾ ਉਹਨਾਂ ਲੋਕਾਂ ਨਾਲ ਹੈ। ਤੇ ਜੇ ਉਹੀ ਨੇੜਤਾ ਪਰਮੇਸ਼ਰ ਨਾਲ ਹੋਏਗੀ ਤੇ ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ। ਪੀਤੰਬਰ ਵਾ ਕਰ ਜਾ, ਉਹ ਮੁਕਤ ਹੋ ਜਾਂਦਾ ਹੈ। ਉਹ ਝੂਰਦਾ ਨਹੀਂ ਹੈ। ਉਹ ਇਹ ਨਹੀਂ ਵੀ ਸੌਂ ਗਿਆ
ਇਸ ਜਨਮ ਵਿੱਚ ਸੌਂ ਗਿਆ ਤੇ ਅਗਲੇ ਜਨਮ ਵਿੱਚ ਪਸ਼ੂ ਬਣ ਕੇ ਪ੍ਰਗਟ ਹੋ ਗਿਆ। ਇਹ ਸੁੱਤਾ ਹੀ ਹੈ ਨਾ, ਸੌਂ ਕੇ ਉੱਠਿਆ, ਦੂਜਾ ਜਨਮ ਹੋ ਗਿਆ, ਮਰ ਗਿਆ। ਆਤਮਾ ਤਾਂ ਉਹੀ ਭਟਕ ਰਹੀ ਹੈ ਨਾ, ਝੂਰ ਰਹੀ ਹੈ, ਤੇ ਉਹ ਦੂਸਰੇ ਜਨਮ ਵਿੱਚ ਚਲੀ ਗਈ, ਤੀਸਰੇ। ਇਹ ਗੁਰੂ ਸਾਹਿਬ ਜੀ ਨੇ ਦ੍ਰਿਸ਼ਟਾਂਤ ਦਰਸਾਇਆ ਹੈ ਨਾ, ਮਰਿਆ ਮਰਿਆ ਫਿਰ ਪਿਆ ਦੇਸ਼ ਲੰਮਾ, ਲੰਮਾ ਲੰਮੇ ਦੇਸ਼ ਵਿੱਚ ਪੈ ਗਿਆ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਉਹ ਜਨਮ ਮਰਨ ਝੂਰਦੇ ਰਹਿੰਦੇ ਹਨ। ਘਰ ਹੁੰਦਾ ਰਤਨ ਪਦਾਰਥ ਭੁੱਖੇ, ਭਾਗਹੀਣ ਹਰ ਦੂਰੇ। ਸਤਿਗੁਰੂ ਕਹਿੰਦੇ ਘਰ ਦੇ ਵਿੱਚ ਉਹਨਾਂ ਦੇ ਰਤਨ ਨੇ, ਪਰ ਘਰ ਹੁੰਦਾ ਰਤਨ ਪਦਾਰਥ ਭੁੱਖੇ। ਉਹ ਰਤਨ ਪਦਾਰਥ ਹੋਣ ਦੇ ਬਾਵਜੂਦ ਵੀ ਉਹ ਭੁੱਖੇ ਰਹਿ ਗਏ ਹੈ, ਸਮੁੰਦਰ ਕੋ ਰਹਿ ਕੇ ਵੀ ਪਿਆਸੇ ਰਹਿ ਗਏ ਹੈ। ਭਾਗਹੀਣ ਹਰ ਦੂਰੇ, ਭਾਗਾਂ ਤੋਂ ਹੀਣੇ ਸੀ। ਉਹਨਾਂ ਨੇ ਪਰਮੇਸ਼ਰ ਨੂੰ ਦੂਰ ਜਾਣਿਆ। ਉਹਨਾਂ ਨੇ ਜਾਣਿਆ ਕਿ ਪਰਮੇਸ਼ਰ ਬਾਅਦ ਵਿੱਚ, ਪਹਿਲਾਂ ਇਹ ਪਦਾਰਥਾਂ ਨੂੰ ਲੈ ਲਈਏ। ਪਦਾਰਥਾਂ ਨੂੰ ਲੈਂਦੇ ਲੈਂਦੇ ਸਾਧ ਸੰਗਤ ਜੀ ਸਾਡੇ ਕਿੰਨੇ ਬਜ਼ੁਰਗ ਇੱਥੇ, ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਕਿੰਨੇ ਆਏ ਕਿੰਨੇ ਗਏ। ਇੱਥੇ ਤੇ ਵੱਡੇ ਵੱਡੇ ਦੇਵੀ ਦੇਵਤੇ ਵੀ ਆ ਕੇ ਗਏ, ਪਰ ਤ੍ਰਿਸ਼ਨਾ ਨਹੀਂ ਬੁੱਝ ਸਕੀ। ਕੈਸੀ ਪਦਾਰਥਾਂ ਦੀ ਤ੍ਰਿਸ਼ਨਾ? ਭੋਜਨ ਸਵੇਰੇ ਛਕ ਲਿਆ, ਸ਼ਾਮ ਨੂੰ ਫੇਰ ਛਕ ਲਿਆ, ਰਾਤ ਨੂੰ ਫੇਰ ਛਕ ਲਿਆ। ਇੱਕ ਰੰਗ ਦੇ ਬਸਤਰ ਸਵੇਰੇ ਪਹਿਨ ਲਏ, ਕਦੀ ਇਹ ਹੋਇਆ ਬਸ ਹੁਣ ਮੈਂ ਹੋਰ ਬਸਤਰ ਪਹਿਨਣੇ ਨਹੀਂ, ਬਸ ਜਿਹੜੇ ਪਹਿਨ ਲਏ। ਉਹ ਤ੍ਰਿਸ਼ਨਾ ਫੇਰ। ਭੋਜਨ ਛਕ ਲਿਆ, ਉਹ ਫੇਰ ਤ੍ਰਿਸ਼ਨਾ। ਆਹ ਸੁੱਖ ਭੋਗ ਲਿਆ, ਮਿੱਠਾ ਛਕ ਲਿਆ, ਮਿੱਠਾ ਛਕਣ ਨੂੰ ਜੀ ਕੀਤਾ, ਮਿੱਠਾ ਮਿਸ਼ਟਾਨ ਪਦਾਰਥ ਛਕਿਆ, ਫਿਰ ਜੀ ਕਰ ਪਿਆ ਛਕਣ ਨੂੰ। ਕਦੀ ਕਿਤੇ ਰੁਕੀ ਤਾਂ ਨਹੀਂ ਨਾ ਤ੍ਰਿਸ਼ਨਾ। ਜਾਂ ਤਾਂ ਰੁਕ ਜਾਏ ਵੀ ਹੁਣ ਮਿੱਠਾ ਛਕ ਲਿਆ, ਬਸ ਹੁਣ ਇਸ ਤੋਂ ਬਾਅਦ ਮਿੱਠਾ ਨਹੀਂ ਛਕਣਾ, ਲੂਣਾ ਛਕ ਲਿਆ, ਇਸ ਤੋਂ ਮਗਰੋਂ ਲੂਣਾ ਨਹੀਂ। ਭਾਵੇਂ ਕਿੰਨੀਆਂ ਬਿਮਾਰੀਆਂ ਸਾਨੂੰ ਹੋਣ, ਭਾਵੇਂ ਡਾਕਟਰਾਂ ਵੱਲੋਂ ਹਦਾਇਤਾਂ ਵੀ ਹੋਣ ਵੀ ਹੁਣ ਨਾ ਇਹ ਛਕਿਓ ਤੁਹਾਨੂੰ ਔਖਾ ਹੋਏਗਾ, ਪਰ ਫਿਰ ਵੀ ਬਿਰਤੀ ਲੈ ਜਾਂਦੀ ਹੈ ਉੱਧਰ। ਕਿਉਂ? ਉਹ ਰਤਨ ਪਦਾਰਥ ਹੋਣ ਦੇ ਬਾਵਜੂਦ ਵੀ ਭੁੱਖੇ ਨੇ, ਕਿਉਂਕਿ ਮਨ ਦੇ ਨਾਲ, ਮਨ ਦੀ ਅਵਸਥਾ ਦੇ ਨਾਲ ਜੁੜੇ ਨੇ। ਗੁਰੂ ਦਾ ਦਰਸ਼ਨ ਨਹੀਂ ਕੀਤਾ, ਭਾਗਹੀਣ ਨੇ। ਜੇ ਉਸ ਰਤਨ ਪਦਾਰਥ ਨੂੰ ਪ੍ਰਾਪਤ ਕਰ ਲਿਆ, ਫਿਰ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ। ਜਿਨ੍ਹਾਂ ਚੀਜ਼ਾਂ ਨਾਲ ਅਸੀਂ ਜੁੜੇ ਹਾਂ ਉਹ ਸਾਰੀਆਂ ਚੀਜ਼ਾਂ ਹੀ ਨਾਸ਼ਵੰਤ ਨੇ, ਤੇ ਨਾਸ਼ਵੰਤ ਨਾਲ ਜੁੜ ਕੇ ਨਾਸ਼ਵੰਤੀ ਹੋਵਾਂਗੇ। ਜੇ ਚਿੱਕੜ ਵਿੱਚ ਰੋੜਾ ਮਾਰਾਂਗੇ ਤੇ ਛਿੱਟੇ ਤੇ ਪੈਣੇ ਹੀ ਪੈਣਗੇ ਨਾ। ਜੇ ਅਸੀਂ ਗੰਦਗੀ ਦੇ ਵਿੱਚ ਰਹਾਂਗੇ ਤੇ ਗੰਦਗੀ ਸਾਡੇ ਤੋਂ ਸਾਫ਼ ਨਹੀਂ ਹੋਣੀ ਜਦੋਂ ਤੱਕ ਬਾਹਰ ਨਹੀਂ ਆਉਂਦੇ। ਇਸ ਕਰਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਤਿੰਨ ਰਤਨ ਜਨਮ ਬਿਰਥਾ ਗਵਾਇਆ ਭਾਗਹੀਣ। ਉਹਨਾਂ ਨੇ ਬਿਰਥਾ ਜਨਮ ਗਵਾ ਲਿਆ। ਐਸੇ ਭਾਗਾਂ ਤੋਂ ਹੀ ਨੇ ਮਨੁੱਖ ਜਿਹੜੇ ਪਰਮੇਸ਼ਰ ਨੂੰ ਦੂਰ ਸਮਝਦੇ ਹਨ। ਹਰ ਹਰ ਤਿਨ ਕਾ ਦਰਸ਼ਨ ਕਰਿਓ, ਜਿਨੀ ਹਰ ਹਰ। ਸਤਿਗੁਰੂ ਕਹਿੰਦੇ ਆ ਪਰਮੇਸ਼ਰ ਜੀ ਉਹਨਾਂ ਦਾ ਮੈਨੂੰ ਦਰਸ਼ਨ ਨਾ ਕਰਾਇਓ, ਉਹ ਮੇਰੇ ਮੱਥੇ ਨਾ ਲੱਗਣ ਜਿਨ੍ਹਾਂ ਨੇ ਪਰਮੇਸ਼ਰ ਤੇਰਾ ਨਾਮ ਹੀ ਨਹੀਂ ਜਪਿਆ ਹੈ। ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ। ਐ ਸਤਿਗੁਰ ਪੁਰਖ ਜੀ ਜਿਨ੍ਹਾਂ ਨੇ ਤੁਹਾਡਾ ਦਰਸ਼ਨ ਨਹੀਂ ਕੀਤਾ ਉਹ ਮੇਰੇ ਮੱਥੇ ਨਾ ਲੱਗਣ, ਉਹਨਾਂ ਦੀ ਵਾਰਤਾ ਵੀ ਮੇਰੇ ਕੰਨਾਂ ਵਿੱਚ ਨਾ ਪਵੇ। ਸਾਧ ਸੰਗਤ ਜੀ ਜਿਹੜੇ ਜਗਿਆਸੂ ਨੇ, ਜਿਹੜੇ ਇਸ ਮਾਰਗ ਤੇ ਸਾਨੂੰ ਲੱਗਦਾ ਹੈ ਕਿ ਇਹ ਅਵਸਥਾ ਪੂਰਨ ਪੁਰਸ਼ਾਂ ਦੀ ਹੋ ਗਈ ਹੈ, ਕਿਉਂਕਿ ਅਸੀਂ ਇਹ ਅਵਸਥਾ ਤੇ ਚੱਲਦੇ ਨਹੀਂ, ਸਾਨੂੰ ਲੱਗਦਾ ਇਹ ਅਵਸਥਾ ਬਹੁਤ ਪੂਰਨ ਦੀ ਹੈ, ਪਰ ਸਤਿਗੁਰੂ ਦੀ ਦੱਸ ਰਹੇ ਹੈ ਕਿ ਇਹ ਅਵਸਥਾ ਜਗਿਆਸੂ ਦੀ ਹੈ, ਅਜੇ ਚੱਲਣ ਵਾਲਾ। ਜਿਹੜਾ ਮੁਕਤ ਹੋ ਗਿਆ ਉਹਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ, ਉਹ ਤੇ ਆਪ ਤਰੈ ਸਗਲਾ ਕੁਲ ਤਾਰੈ, ਉਹ ਤੇ ਕੁਲਾਂ ਤਰ, ਉਹਨੂੰ ਤਾਂ ਵੇਖ ਕੇ ਹੀ ਕੁਲਾਂ ਤਰ ਜਾਂਦੀਆਂ। ਪਰ ਇਹ ਜਗਿਆਸੂ ਦੀ ਅਵਸਥਾ ਹੈ। ਜਿਹੜੇ ਜਗਿਆਸੂ ਹੁੰਦੇ ਆ ਸਾਧ ਸੰਗਤ ਜੀ, ਉਹਨਾਂ ਲਈ ਇਹ ਨਿੱਕੀਆਂ ਨਿੱਕੀਆਂ ਗੱਲਾਂ ਬਹੁਤ ਅਹਿਮੀਅਤ ਰੱਖਦੀਆਂ, ਉਹਨਾਂ ਲਈ ਤੇ ਇੰਨੀ ਅਹਿਮੀਅਤ ਰੱਖਦੀਆਂ ਹੈ। ਵੇਖੋ ਜਿਹਨੇ ਪਰਮੇਸ਼ਰ ਦੇ ਰਾਹ ਨੂੰ ਪਾਣਾ ਹੈ, ਜੇ ਉਹਨੇ ਸਾਰਾ ਦਿਨ ਅਭਿਆਸ ਕੀਤਾ, ਸ਼ਾਮ ਨੂੰ ਉਹਦੀ ਨਜ਼ਰ ਦੇ ਵਿੱਚ ਕੋਈ ਮਾੜਾ ਮਨੁੱਖ ਆ ਗਿਆ, ਉਹ ਖਿਆਲਾਂ ਵਿੱਚ ਜੁੜ ਜਾਂਦਾ ਹੈ, ਉਹ ਖਿਆਲਾਂ ਵਿੱਚ ਜੁੜ ਜਾਂਦਾ ਹੈ, ਉਹਦੇ ਕਰਮ ਖਿਆਲਾਂ ਵਿੱਚ ਆਉਣ ਲੱਗ ਪੈਂਦੇ ਹੈ, ਤੇ ਜਗਿਆਸੂ ਲਈ ਇਹ ਵਿਘਨ ਪੈਣ ਲੱਗ ਪੈਂਦੇ। ਇਸ ਕਰਕੇ ਜਗਿਆਸੂ ਨੂੰ ਬਹੁਤ ਔਖਾ, ਬੜਾ ਸੰਜਮ ਰੱਖਣਾ ਪੈਂਦਾ ਹੈ। ਤਾਂ ਹੀ ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ। ਸੇਵਾ ਸਾਧ ਸੰਜਮ ਰੱਖਣੇ ਪੈਂਦੇ ਆ, ਬੜਾ ਸੰਕੋਚ ਰੱਖਣਾ ਪੈਂਦਾ। ਐਸਾ ਬੰਦਾ ਮੱਥੇ ਨਾ ਲੱਗੇ ਜਿਹਦੇ ਨਾਲ ਗੁਰੂ ਤੋਂ ਵਿਸਰ ਜਾਈਏ, ਉਹੋ ਹੀ ਮੱਥੇ ਲੱਗੇ ਜਿਹਦੇ ਨਾਲ ਰੱਬ ਚੇਤਾ ਆਵੇ।
ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਐਸੇ ਬੰਦਿਆਂ ਦੇ ਮੈਨੂੰ ਦਰਸ਼ਨ ਨਾ ਹੋਣ। ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ। ਇੱਥੇ ਸਤਿਗੁਰੂ ਗਰੀਬ ਨਵਾਜ ਜੀ ਕਹਿੰਦੇ ਮਹਾਰਾਜ ਮੈਂ ਤੇ ਬਬੀਹੇ ਵਾਂਗੂ ਆ। ਹਮ ਚਾਤ੍ਰਿਕ ਹਮ ਜਾਤ੍ਰਿਕ ਦੀਨ। ਮਹਾਰਾਜ ਅਸੀਂ ਦੀਨ ਚਾਤ੍ਰਿਕ ਵਾਂਗੂ ਆ। ਜਿਵੇਂ ਬਬੀਹਾ ਜਿਹੜਾ ਨਾ ਉਹਦੀ ਪਿਆਸ ਨਹੀਂ ਬੁਝਦੀ ਜਦੋਂ ਤੱਕ ਉਹਨੂੰ ਸਵੰਤੀ ਬੂੰਦ ਨਾ ਮਿਲੇ। ਤੇ ਸਵੰਤੀ ਬੂੰਦ ਵੀ ਸਾਧ ਸੰਗਤ ਜੀ ਬੜੇ ਉਹਦੇ ਬਬੀਹੇ ਦੇ ਗਲੇ ਦੇ ਵਿੱਚ ਇੱਕ ਸੁਰਾਖ ਹੁੰਦਾ ਹੈ। ਉਹ ਬੜੇ ਨਕਸ਼ਤਰ ਦੇ ਨਾਲ ਉਹ ਕਿਸੇ ਪੂਰਮਾਸ਼ੀ ਦੇ ਦਿਨ ਹੀ ਖੁੱਲ੍ਹਦਾ ਹੈ। ਤੇ ਫਿਰ ਉਹ ਸਵੰਤੀ ਬੂੰਦ ਜਿਹੜੀ ਹੈ ਉਹ ਚੰਦਰਮਾ ਦੀਆਂ ਕਿਰਨਾਂ ਨਾਲ ਟੱਕਰ ਕੇ ਸ਼ੁੱਧ ਉਹ ਉਹਦੀ ਗਲੇ ਦੇ ਰਾਹੀਂ ਅੰਦਰ ਜਾਂਦੀ ਤਾਂ ਸਾਲ ਦੀ ਪਿਆਸ ਬੁਝਦੀ ਆ। ਨਹੀਂ ਤੇ ਉਹ ਪਿਆਸ ਨਾਲ ਵਿਆਕੁਲ ਹੋਇਆ ਰਹਿੰਦਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਜਿਵੇਂ ਉਹ ਪਿਆਸ ਨਾਲ ਵਿਆਕੁਲ ਹੋਇਆ ਬੇਨਤੀਆਂ ਕਰਦਾ ਰਹਿੰਦਾ ਨਾ ਵੀ ਮੇਰੀ ਮੌਤ ਆ ਗਈ ਮਹਾਰਾਜ ਮੈਨੂੰ ਸਵੰਤੀ ਬੂੰਦ ਮਿਲ ਜੇ, ਉਵੇਂ ਸਤਿਗੁਰੂ ਕਹਿੰਦੇ ਅਸੀਂ ਬੇਨਤੀਆਂ ਕਰਦੇ ਹਾਂ। ਗੁਰ ਮੇਲ ਮੇਰਾ ਪਿਆਰਾ ਹਮ ਸਤਿਗੁਰ ਕਰੈ ਭਗਤੀ ਰਾਮ। ਐ ਸਤਿਗੁਰੂ ਤੇਰੇ ਨਾਲ ਮਿਲਿਆ ਹੋਇਆ ਜੋ ਕੋਈ ਪਿਆਰਾ ਹੈ ਉਹਨੂੰ ਮੇਰੇ ਨਾਲ ਮਿਲਾ ਦੇ, ਉਹਦਾ ਮੇਰੇ ਨਾਲ ਮੇਲ ਕਰਾ ਦੇ ਤਾਂ ਕਿ ਤੇਰੀ ਭਗਤੀ ਕਰ ਸਕੀਏ। ਹਰ ਹਰ ਸਤਿਗੁਰ ਕਰੈ ਭਗਤੀ ਜਾਂ ਹਰ ਪ੍ਰਭ ਕਿਰਪਾ ਤਾਰੇ। ਸਤਿਗੁਰੂ ਜੀ ਤੁਸੀਂ ਕਿਰਪਾ ਕਰੋਗੇ ਤਾਂ ਤੁਹਾਡੀ ਇਹ ਭਗਤੀ ਮੇਲ ਸਤਪੁਰਸ਼ਾਂ ਨਾਲ ਹੋਵੇਗਾ। ਮੈਂ ਗੁਰ ਬਿਨ ਅਵਰ ਨਾ ਕੋਈ ਬੇਲੀ ਗੁਰ ਸਤਿਗੁਰ ਪ੍ਰਾਣ ਹਮਾਰੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਮਹਾਰਾਜ ਹੁਣ ਮੇਰਾ ਗੁਰੂ ਤੋਂ ਬਿਨਾ ਕੋਈ ਬੇਲੀ ਨਹੀਂ। ਜਗਿਆਸੂ ਦੀ ਭਾਵ ਦਰਸਾਇਆ। ਜਗਿਆਸੂ ਜਦੋਂ ਸਾਧ ਸੰਗਤ ਜੀ ਤਰਲਾ ਲੈਣਾ ਹੁੰਦਾ ਹੈ ਨਾ ਉਹ ਤਰਲੇ ਦੀ ਭਾਵ ਹੈ। ਜਦੋਂ ਬੰਦੇ ਨੂੰ ਰਾਹ ਨਹੀਂ ਨਾ ਮਿਲਦਾ ਸੱਚਮੁੱਚ ਜਦੋਂ ਬੰਦਾ ਜੇ ਕੋਈ ਬੱਚਾ 1 ਸਾਲ ਪੜ੍ਹਾਈ ਕਰਦਾ ਰਹੇ ਤੇ ਸਾਲ ਮਗਰੋਂ ਜਦੋਂ ਬੱਚਾ ਆਪਣੇ ਇਮਤਿਹਾਨ ਵਿੱਚੋਂ ਫੇਲ ਹੋ ਜਾਂਦਾ ਹੈ, ਉਹਨੇ ਮਸ਼ੱਕਤ ਕੀਤੀ ਹੈ ਪੜ੍ਹਾਈ ਕੀਤੀ ਹੈ ਪਰ ਉਹ ਫੇਲ ਹੋ ਜਾਂਦਾ ਹੈ ਜਾਂ ਉਹਨੂੰ ਪਰਚੇ ਤੇ ਸਵਾਲ ਸਮਝ ਨਹੀਂ ਆਉਂਦੇ, ਉਹਦੀ ਅਵਸਥਾ ਜਿਹੜੀ ਹੁੰਦੀ ਹੈ ਨਾ ਉਹ ਅਵਸਥਾ ਹੈ ਜਗਿਆਸੂ। ਜਗਿਆਸੂ ਅਰਦਾਸਾਂ ਕਰਦਾ ਤਰਲੇ ਲੈਂਦਾ ਮਹਾਰਾਜ ਅੱਗੇ, ਮਹਾਰਾਜ ਸੱਚੇ ਪਾਤਸ਼ਾਹ ਕੈਸੀ ਬਿਰਤੀ ਹੈ ਮਹਾਰਾਜ ਸਾਨੂੰ ਰਾਹ ਹੀ ਨਹੀਂ ਲੱਭਦਾ ਹੁਣ ਤੇਰੇ ਭਗਤਾਂ ਤੋਂ ਬਿਨਾ। ਉਦੋਂ ਫਿਰ ਕਿਹਾ ਜਾਂਦਾ ਮਹਾਰਾਜ ਤੁਸੀਂ ਸਾਡੇ ਪ੍ਰਾਣ ਹੋ, ਜੇ ਤੁਸੀਂ ਚਲੇ ਗਏ ਸਾਲ ਦੀ ਭਗਤੀ ਕਿੱਡੀ ਵੱਡੀ ਗੱਲ ਹੈ ਸਾਧ ਸੰਗਤ ਜੀ। 1 ਸਾਲ 1 ਮਹੀਨਾ ਅਸੀਂ ਕਿਸੇ ਦੇ ਅੱਗੇ ਨੌਕਰੀ ਕਰਦੇ ਆ, ਮਹੀਨੇ ਮਗਰੋਂ ਤਨਖਾਹ ਨਾਲ ਇਹਦੇ ਤਰਥੱਲੀ ਪੈ ਜਾਂਦੀ ਹੈ ਸਾਰੇ ਪਰਿਵਾਰ ਦੇ ਵਿੱਚ ਸਾਰੇ ਕਿਤੇ ਵੀ ਸਾਨੂੰ ਤਨਖਾਹ ਨਹੀਂ ਦਿੱਤੀ ਸਾਡੀ ਮਿਹਨਤ। ਸਾਧ ਸੰਗਤ ਜੀ ਜਿਨ੍ਹਾਂ ਨੇ 12 ਵਜੇ ਉੱਠ ਕੇ ਚੌਂਕੜੇ ਲਾਣੇ ਉਹਨਾਂ ਦੀ ਮਿਹਨਤ ਹੀ ਨਹੀਂ। ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਕਰਨਾ ਹੈ, ਜਿਨ੍ਹਾਂ ਨੇ ਆਸਰਾ ਹੀ ਰੱਬ ਨੂੰ ਸਮਝਿਆ ਹੋਇਆ, ਜਦੋਂ 40-40 ਮਹੀਨਾ ਸਾਲ ਲੰਘ ਜਾਂਦਾ ਹੈ ਉਹ ਪ੍ਰਾਪਤੀ ਨਹੀਂ ਹੁੰਦੀ, ਉਦੋਂ ਫਿਰ ਤੜਫ ਉੱਠਦੀ ਹੈ ਹਿਰਦੇ ਵਿੱਚ ਮਹਾਰਾਜ ਆ ਤੁਹਾਡੀ ਬਾਣੀ ਕਹਿੰਦੀ ਹੈ ਵੀ ਭਗਤੀ ਕੀਤਿਆਂ ਤੁਸੀਂ ਮਿਲਦੇ ਸਾਨੂੰ ਕਿਉਂ ਨਹੀਂ ਮਿਲ ਰਹੇ, ਕੀ ਕਮੀ ਹੈ, ਕੋਈ ਕਮੀ ਦੱਸਣ ਵਾਲਾ ਵੀ ਮਿਲੇ। ਉਹ ਤਰਲਾ ਸਤਿਗੁਰੂ ਲੈ ਰਹੇ ਆ ਜਗਿਆਸੂ ਦੇ ਭਾਵ ਵਿੱਚ। ਸਤਿਗੁਰੂ ਕਹਿੰਦੇ ਮਹਾਰਾਜ ਤਰਸ ਕਰੋ ਸਾਡੇ ਉੱਤੇ, ਤੇਰੀ ਮੇਰਾ ਤੁਹਾਡੇ ਤੋਂ ਬਿਨਾ ਮੈਂ ਗੁਰ ਬਿਨਾ ਵਰਨਾ ਕੋਈ ਬੇਲੀ ਮਹਾਰਾਜ ਮੇਰਾ ਕੋਈ ਬੇਲੀ ਨਹੀਂ, ਗੁਰ ਸਤਿਗੁਰ ਪ੍ਰਾਣ ਹਮਾਰੇ ਤੁਸੀਂ ਸਾਡੇ ਪ੍ਰਾਣ ਹੋ। ਕਹੋ ਨਾਨਕ ਗੁਰ ਨਾਮ ਦ੍ਰਿੜਾਇਆ ਹਰ ਹਰ ਨਾਮ ਹਰ ਸਤੀ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਜਿਹੜੇ ਪਿਆਰੇ ਸਤਪੁਰਸ਼ ਨੇ ਉਹਨਾਂ ਨੇ ਤੇਰਾ ਨਾਮ ਦ੍ਰਿੜ ਕਰਾ ਦਿੱਤਾ ਹੈ ਜਿਹਦੇ ਨਾਲ ਮੈਨੂੰ ਸ਼ਾਂਤੀ ਸੰਤੋਖ ਸਤ ਮਿਲ ਗਿਆ ਹੈ। ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਆ ਸਤਿਗੁਰੂ ਅਸੀਂ ਬਬੀਹੇ ਦੀ ਨਿਆਈ ਵਾਰ-ਵਾਰ ਪੁਕਾਰਾਂ ਕਰਦੇ ਆ, ਵਾਰ ਸਾਡੀ ਬੇਨਤੀ ਪ੍ਰਵਾਨ ਕਰਕੇ ਆਪਣੇ ਦਰ ਦੀ ਛੋਹ ਆਪਣੇ ਦੀਦਾਰ ਬਖਸ਼ ਦਿਓ ਜਿਹਦੇ ਨਾਲ ਮੇਰਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋ ਜਾਵੇ। ਇਹ ਪਾਵਨ ਗੁਰਬਾਗ ਗੁਰੂ ਖਾਲਸਾ ਜੀ ਆਪਣੇ ਹਿਰਦੇ ਵਿੱਚ ਵਸਾਉਣੇ ਕੋਸ਼ਿਸ਼ ਕਰਨਾ। ਸਤਿਗੁਰੂ ਇਹਨਾਂ ਵਚਨਾਂ ਉੱਤੇ ਨਿਧਿਆਸਨ ਕਰਨ ਦਾ ਬਲ ਬਖਸ਼ੇ, ਹੋਈਆਂ ਭੁੱਲਾਂ ਨੂੰ ਮਾਫ ਕਰਿਓ। ਇੰਨੇ ਸ਼ਬਦਾਂ ਦੇ ਨਾਲ ਸਮਾਪਤੀ ਆ ਉਹ ਮਿਲ ਕੇ ਵਾਹਿਗੁਰੂ ਦਾ ਸਿਮਰਨ ਕਰੀਏ ਉਪਰੰਤ ਸਮਾਪਤ।